सो वेलकम टू दी अचीवर्स अकैडमी जहाँ PCS 2025 ਦੀ ਪੋਲਿਟੀ ਦੀ ਕਲਾਸਿਸ ਵਿੱਚ ਅੱਜ ਅਸੀਂ ਜੁਡੀਸ਼ਰੀ ਦਾ ਸੈਕਿੰਡ ਪਾਰਟ ਕੰਟੀਨਿਊ ਕਰਾਂਗੇ ਵਿਦ ਸਬਆਰਡੀਨੇਟ ਕੋਰਟ ਔਰ ਡਿਸਟ੍ਰਿਕਟ ਕੋਰਟਸ ਜੋ ਕਿ ਪਾਰਟ 6 ਵਿੱਚ ਨੇ ਕਿਉਂਕਿ ਸਬਆਰਡੀਨੇਟ ਕੋਰਟਸ ਵੀ ਕਿੱਥੇ ਨੇ ਸਟੇਟ ਦੇ ਵਿੱਚ ਇੰਕਲੂਡਡ ਨੇ ਸਟੇਟ ਵਿੱਚ ਹੀ ਉਹਨਾਂ ਦੀ ਜੁਰਿਸਡਿਕਸ਼ਨ ਹੈ ਸੋ ਸਟੇਟ ਦੇ ਲਈ ਜਿਹੜੇ ਆਰਟੀਕਲ ਹੈ ਉਹ ਪਾर्ट 6 ਵਿੱਚ ਇੰਕਲੂਡਡ ਨੇ ਸੋ ਆਰਟੀਕਲ 233 ਤੋਂ ਲੈ ਕੇ 237 ਤੱਕ सो स्टार्ट करते हैं पहला डिस्ट्रिक्ट जजिस बारे देखते हैं आर्टिकल 233 है ये तो याद रख लो कभी पूछ लेंगे हैं कि आर्टिकल्स हैं 233 तो 237 तो फस्ट आर्टिकल डिस्ट्रिक्ट जजिस की गल करता है इन्हों कौन अपॉइंट करता है गवर्नर हाई कोर्ट की कंसल्टेशन के नाल जिवें असी सुप्रीम कोर्ट ते हाई कोर्ट के जजिस देखे उन्होंने अपॉइंट करते हैं प्रेजिडेंट तो जो हाई कोर्ट के चीफ जस्टिस वगैरह अपॉइंट करना हो उस टाइम गवर्नर नाल कंसल्टेशन भी करते हैं कि राइट तो जो हुण गल जिले लैवल पर आएगी तो गवर्नर अपॉइंट करेंगे तो गवर्नर ऑफ स्टेट के हाई कोर्ट नाल कंसल्टेशन करेंगे कुछ क्वालिफिकेशन है कि जज बनने के लिए वो उस टाइम ते किसी यूनियन या स्टेट की सर्विस में ना हो 7 ईयर्स के लिए वो एडवोकेट या प्लैडर ਦੇ ਵਾਂਗ ਉਹਨਾਂ ਨੇ ਕੰਮ ਕੀਤਾ ਹੋਏ ਕਿੰਨੇ 7 ਈਅਰਸ ਜਿਵੇਂ ਅਸੀਂ ਸੁਪਰੀਮ ਕੋਰਟ ਦਾ ਪੜ੍ਹਿਆ ਸੀ 5 ਤੇ 10 ਈਅਰਸ 5 ਈਅਰ ਦੇ ਲਈ ਜੱਜ 10 ਈਅਰ ਦੇ ਲਈ ਐਡਵੋਕੇਟ ਤੇ ਹਾਈ ਕੋਰਟ ਦੇ ਦੋਵੇਂ ਕੰਡੀਸ਼ਨ ਸੀਗੇ 10 ਸਾਲ ਜਿਨ੍ਹਾਂ ਨੇ ਫਸਟ ਲੈਕਚਰ ਲਗਾਇਆ ਉਹਨਾਂ ਨੂੰ ਪਤਾ ਮੈਂ ਕੀ ਕਹਿ ਰਹੀ ਹਾਂ ਕਿ ਹੈ ਨਾ ਨਾਲੇ ਕੀ ਹੁੰਦਾ ਤੁਸੀਂ ਇਸ ਤਰ੍ਹਾਂ ਪੁਰਾਣਾ ਨਾਲ ਰਿਲੇਟ ਕਰੋਗੇ ਅਤੇ ਤੁਹਾਨੂੰ ਯਾਦ ਰਹਿੰਦਾ ਅਤੇ ਹਾਈ ਕੋਰਟ ਦੀ ਰეკਮੈਂਡੇਸ਼ਨਸ 'ਤੇ ਹੀ ਡਿਸਟ੍ਰਿਕਟ ਜੱਜ ਅਪੋਇੰਟ ਹੁੰਦੇ ਆ ਫਿਰ ਇਹ ਸੀਗਾ ਜਿਹੜਾ ਮੇਨ ਡਿਸਟ੍ਰਿਕਟ ਦੇ ਜੱਜ ਨੇ ਹੋਰ ਜਿਹੜੇ ਜੁਡੀਸ਼ੀਅਲ ਅਪੋਇੰਟਮੈਂਟ ਹੁੰਦੇ ਆ ਡਿਸਟ੍ਰਿਕਟ ਕੋਰਟ ਦੇ ਵਿੱਚ ਉਹ ਸਾਰੇ ਵੀ ਗਵਰਨਰ ਹੀ ਕਰਨਗੇ ਬਟ ਐਜ਼ ਪਰ ਸਟੇਟ ਪਬਲਿਕ ਸਰਵਿਸ ਕਮਿਸ਼ਨ ਐਂਡ ਹਾਈ ਕੋਰਟ ਮੀਨਸ ਜਿਹੜਾ ਸਟੇਟ ਪਬਲਿਕ ਸਰਵਿਸ ਕਮਿਸ਼ਨ एग्ज़ाम लेंदी है जुडिशरी का देखते हैं PCS जुडिशरी होंदा है ना वो वाले एग्ज़ाम के थ्रू जो बंदे सिलेक्ट होंगे हैं फिर हाई कोर्ट नाल भी कंसल्ट कर लिया जाता है दैन हाई कोर्ट की ही पावर होंदी है मेन डिस्ट्रिक्ट कोर्ट से कि ਜਿਹੜੀ ਪ੍ਰਮੋਸ਼ਨਸ ਕੀਤੀਆਂ ਜਾਣਗੀਆਂ ਟਰਾਂਸਫਰ ਕੀਤੇ ਜਾਣਗੇ ਜੁਡੀਸ਼ੀਅਲ ਆਫਿਸਰਸ ਵਗੈਰਾ ਦੇ ਸਾਰਾ ਹਾਈ ਕੋਰਟ ਕਰੇਗਾ ਅਸੀਂ ਜੁਡੀਸ਼ੀਅਲ ਸਟਰਕਚਰ ਦੇਖਾਂਗੇ ਕਿ ਵੈਸੇ ਤਾਂ ਸਟੇਟ ਟੂ ਸਟੇਟ ਵੇਰੀ ਕਰਦਾ ਬਟ ਮੋਸਟਲੀ 3 ਟਾਇਰ ਸਟਰਕਚਰ ਹੁੰਦਾ ਵਾ ਡਿਸਟ੍ਰਿਕਟ ਕੋਰਟ ਦਾ ਅਤੇ ਮੇਨ ਅਸੀਂ ਦੇਖਾਂਗੇ ਅਬਾਊਟ ਡਿਸਟ੍ਰਿਕਟ ਜੱਜ ਜੋ ਕਿ ਸਿਵਲ ਮੈਟਰਸ ਦੇਖਦਾ ਹੈ ਅਤੇ ਸੈਸ਼ਨ ਜੱਜ ਜੋ ਕਿ ਕ੍ਰਿਮੀਨਲ ਮੈਟਰ देखते हैं ठीक है जिवें सिविल मैटर्स एडमिनिस्ट्रेटिव मैटर्स लिए डिस्ट्रिक्ट जज सैशन जज हुंदा है जदों कोई क्रिमिनल मैटर होवे तो सैशन जज लाइफ इंप्रिजनमेंट भी दे सकता है मतलब तो कैपिटल पनिशमेंट भी दे सकता है सबजैक्ट टू हाई कोर्ट कन्फर्मेशन कि उन्होंने मौत की सज़ा सुनाई जा सकती है लाइफ इंप्रिजनमेंट भी मतलब है डिस्ट्रिक्ट कोर्ट को पावर होंगी है जस्ट हाई कोर्ट की कन्फर्मेशन लैनी पैंती है तो कि होंगी सैशन जज को भी सैशन जज की देखता है क्रिमिनल केसिस तो क्रिमिनल केसिस में जरूरत पैंती है सब की फिर असी डिटेल्स देखते हैं हाई कोर्ट पहले उपर है हाई कोर्ट नीचे है डिस्ट्रिक्ट सैशन जज कोर्ट तो जिवें मैं कहा कि 3 टायर स्ट्रक्चर होंगे 3 टायर स्ट्रक्चर ध्यान समझना है इस तरह नाल है कि यह पहले असीं पढ़ते हैं सिविल फिर देखांगे क्रिमिनल सिविल दे विच सब तो उपर कौन होणगे डिस्ट्रिक्ट जज सब तो हाई होणगे डिस्ट्रिक्ट जज फिर सैकेंड नंबर ते उन्हां तो नीचे होणगे सब ऑर्डीनेट जज कोर्ट फिर उन्हां तो भी नीचे होणगे मुनसिफ कोर्ट ठीक है मुनसिफ कोर्ट की करते हैं जिन्हें बिल्कुल ही समॉल लैवल के केसिस होण जिवें किसी ने किसी का 5,000 रुपये देना हो कोई किसी की कार वज गई किसी नाल
ਉਹ ਨਹੀਂ ਪੈਸੇ ਦੇ ਰਹੇ ਹੋਣ, ਕਹਿੰਦੇ ਤੁਹਾਡੇ ਖਿਲਾਫ ਕੇਸ ਕਰ ਦੇਣਾ ਬੋਲਦੇ ਆ ਨਾ ਕਈ, ਬਿਲਕੁਲ ਜਿਹੜੇ ਛੋਟੇ ਜਿਹੇ ਓਫੈਂਸਿਸ ਹੈ ਉਹਨਾਂ ਲਈ ਤੁਸੀਂ ਜਾਓਗੇ ਮੁਨਸਿਫ ਕੋਰਟ। ਫਿਰ ਥੋੜ੍ਹੇ ਉਸ ਤੋਂ ਲਾਰਜ ਜਾਓਗੇ ਸਬ ਆਰਡੀਨੇਟ ਜੱਜ ਕੋਰਟ। ਫਿਰ ਉਸ ਤੋਂ ਵੀ ਲਾਰਜ ਹੋਏਗਾ ਅਤੇ ਡਿਸਟ੍ਰਿਕਟ ਕੋਰਟ। ਮੀਨਸ ਇਹ 3 ਨੇ ਸਿਵਲ ਵਿੱਚ, ਡਿਸਟ੍ਰਿਕਟ ਕੋਰਟ, ਸਬ ਆਰਡੀਨੇਟ ਜੱਜ ਕੋਰਟ ਅਤੇ ਮੁਨਸਿਫ ਕੋਰਟ। ਫਿਰ ਜੇ ਇਹੀ ਚੀਜ਼ ਅਸੀਂ ਕ੍ਰਿਮੀਨਲ ਸਾਈਡ ਦੇਖੀਏ, ਸਭ ਤੋਂ ਹਾਈ ਲੈਵਲ 'ਤੇ ਸੈਸ਼ਨ ਜੱਜ ਕੋਰਟ, ਉਹਨਾਂ ਤੋਂ ਨੀਚੇ ਚੀਫ ਜੁਡੀਸ਼ੀਅਲ ਮੈਜਿਸਟ੍ਰੇਟ ਕੋਰਟ ਅਤੇ ਉਹਨਾਂ ਤੋਂ ਵੀ ਨੀਚੇ ਜੁਡੀਸ਼ੀਅਲ ਮੈਜਿਸਟ੍ਰੇਟ ਕੋਰਟ। ਮੇਨ ਕੀ ਹੁੰਦਾ ਹੈ ਕਿ ਉਹ ਵਾਲੇ ਕੇਸਿਸ ਜਿਨ੍ਹਾਂ ਵਿੱਚ 3 ਈਅਰ ਤੱਕ ਦੀ ਪਨਿਸ਼ਮੈਂਟ ਦੇ ਸਕਣ, ਡੈਟ ਵਿਲ ਗੋ ਟੂ ਜੁਡੀਸ਼ੀਅਲ ਮੈਜਿਸਟ੍ਰੇਟ ਕੋਰਟ। ਫਿਰ ਜਿਨ੍ਹਾਂ ਦੀ 7 ਸਾਲ ਦੀ ਪਨਿਸ਼ਮੈਂਟ ਹੋਏ ਕ੍ਰਿਮੀਨਲ ਕੇਸਿਸ ਦੇ ਵਿੱਚ, ਚੀਫ ਜਸਟਿਸ ਮੈਜਿਸਟ੍ਰੇਟ ਕੋਰਟ। ਅਤੇ ਜੇ ਉਹਦੇ ਤੋਂ ਵੀ ਜ਼ਿਆਦਾ 7 ਸਾਲ ਤੋਂ ਵੀ ਜ਼ਿਆਦਾ, ਜਿਵੇਂ ਲਾਈਫ ਇੰਪ੍ਰਿਜ਼ਨਮੈਂਟ ਤੱਕ ਦਾ ਕੋਈ ਕੇਸ ਨੂੰ ਪਨਿਸ਼ਮੈਂਟ ਦੇ ਸਕੋ, ਜਾਂ ਕਿਸੇ ਨੂੰ ਡੈਥ ਪੈਨਾਲਟੀ ਕੈਪੀਟਲ ਪਨਿਸ਼ਮੈਂਟ ਦੇ ਸਕੋ, ਜਾਂ ਜੋ ਵੀ 7 ਸਾਲ ਤੋਂ ਤਾਂ ਵਾਲੇ ਕੇਸਿਸ ਨੇ, ਉਹ ਜਾਣਗੇ ਸੈਸ਼ਨ ਜੱਜ ਕੋਰਟ ਵਿੱਚ। ਮੇਨ ਇਹ ਸੇਮ ਹੀ ਹੁੰਦੇ ਆ। ਮੀਨਸ ਡਿਸਟ੍ਰਿਕਟ ਅਤੇ ਸੈਸ਼ਨ ਜੱਜ 1 ਪਰਸਨ ਹੀ ਹੁੰਦਾ। ਬਸ ਜਦੋਂ ਸਿਵਲ ਕੇਸਿਸ ਆਉਂਦੇ ਆ ਉਹਨਾਂ ਨੂੰ ਅਸੀਂ ਡਿਸਟ੍ਰਿਕਟ ਜੱਜ ਬੋਲ ਦਿੰਦੇ ਹਾਂ, ਜਦੋਂ ਕ੍ਰਿਮੀਨਲ ਸਾਹਮਣੇ ਨੇ ਵੇਖਦੇ ਆ ਸੈਸ਼ਨ ਜੱਜ ਬੋਲਦੇ ਨੇ। ਬਟ ਇਹ ਬਸ ਨੀਚੇ ਅਲੱਗ ਅਲੱਗ ਹੁੰਦੇ ਨੇ। ਓਕੇ, ਮੁਨਸਿਫ ਕੋਰਟ, ਸਬ ਆਰਡੀਨੇਟ ਜੱਜ ਕੋਰਟ ਸਿਵਲ ਸਾਈਡ 'ਤੇ, ਜੁਡੀਸ਼ੀਅਲ ਮੈਜਿਸਟ੍ਰੇਟ, ਚੀਫ ਜੁਡੀਸ਼ੀਅਲ ਕ੍ਰਿਮੀਨਲ ਸਾਈਡ 'ਤੇ। ਫਿਰ ਇਹ ਜਿਹੜੇ ਵੱਡੀ ਵੱਡੀ ਸਿਟੀਜ਼ ਹੈ ਜਿਹਨੂੰ ਅਸੀਂ ਮੈਟਰੋਪੋਲੀਟਨ ਸਿਟੀਜ਼ ਕਹਿੰਦੇ ਹਾਂ, ਜਿਵੇਂ ਕੋਲਕਾਤਾ, ਦਿੱਲੀ, ਇਹਨਾਂ ਦਾ ਇੱਕ ਥੋੜ੍ਹਾ ਅਲੱਗ ਸਿਸਟਮ ਹੁੰਦਾ ਹੈ। ਇਹਨਾਂ ਦੇ ਉੱਤੇ ਸਿਟੀ ਸਿਵਲ ਕੋਰਟਸ ਹੁੰਦੇ। ਕੀ ਹੁੰਦੇ ਆ? ਸਿਟੀ ਸਿਵਲ ਕੋਰਟਸ, ਜੋ ਕਿ ਸਿਵਲ ਕੇਸਿਸ ਦੇਖਦੇ ਆ ਇਨ ਮੈਟਰੋਪੋਲੀਟਨ ਏਰੀਆਜ਼। ਸੈਕਿੰਡ ਹੈ ਮੈਟਰੋਪੋਲੀਟਨ ਮੈਜਿਸਟ੍ਰੇਟ ਕੋਰਟ, ਡੀਲ ਵਿਦ ਦ ਕ੍ਰਿਮੀਨਲ ਕੇਸਿਸ। ਠੀਕ ਹੈ। ਦੈਨ ਸਮੋਲ ਕੋਰਟਸ ਵੀ ਹੁੰਦੇ ਜੋ ਬਿਲਕੁਲ ਮਾਈਨਰ ਸਿਵਲ ਕੇਸਿਸ ਦੇਖਣ, ਪੰਚਾਇਤ ਦੇ ਕੋਰਟਸ ਵੀ ਹੁੰਦੇ ਨੇ। ਮੀਨਸ ਅਲੱਗ ਅਲੱਗ ਕੋਰਟਸ ਨੇ ਜੋ ਵੇਸ ਨਾਮ ਜਾਣੇ ਜਾਂਦੇ ਨੇ। ਨੋਟਸ ਤੋਂ ਇੰਪੋਰਟੈਂਟ ਬਸ ਇਹ ਜਾਣੋ ਕਿ ਹਾਂ ਮੈਟਰੋਪੋਲੀਟਨ ਲੈਵਲ ਦੇ ਕੁਛ ਇਸ ਤਰ੍ਹਾਂ ਦੇ ਕੋਰਟ ਐਗਜ਼ਿਸਟ ਕਰਦੇ ਨੇ। ਠੀਕ ਹੈ। ਇਹ ਸੀਗੇ ਡਿਸਟ੍ਰਿਕਟ ਕੋਰਟ। ਅਸੀਂ ਬੜਾ ਇੰਪੋਰਟੈਂਟ ਦੇਖਾਂਗੇ ਟੋਪਿਕ ਐਵੇਂ ਅਲਟਰਨੇਟ ਡਿਸਪਿਊਟ ਰੈਜ਼ੋਲਿਊਸ਼ਨ। ਮੀਨਸ ਜਿਹਦੇ ਥਰੂ ਤੁਹਾਨੂੰ ਕੋਰਟ ਜਾਣ ਦੀ ਜ਼ਰੂਰਤ ਨਹੀਂ ਹੈ। ਕਹਿੰਦੇ ਨਾ ਕੋਰਟ ਕਚਹਿਰੀ ਦੇ ਚੱਕਰਾਂ 'ਚ ਪੈਣ ਦੀ ਜ਼ਰੂਰਤ ਨਹੀਂ ਹੈ। ਤੁਸੀਂ ਹੋਰ ਤਰੀਕੇ ਨਾਲ ਵੀ ਕੇਸ ਸੋਲਵ ਆਪਣਾ ਕਰ ਸਕਦੇ ਹੋ। ਠੀਕ ਹੈ। ਸੋ ਇਹ ਇੱਕ ਨੋਨ ਜੁਡੀਸ਼ੀਅਲ ਪ੍ਰੋਸੈਸ ਹੈਗੀ ਹੈ। ਤੁਹਾਨੂੰ ਕੋਰਟ ਇਨਵੋਲਵ ਕਰਨ ਦੀ ਜ਼ਰੂਰਤ ਨਹੀਂ ਹੈ। ਤੁਹਾਡਾ ਡਿਸਪਿਊਟ ਦੀ ਰਿਡਰੈਸਲ ਹੋਏਗੀ। ਕਿਸ ਤਰ੍ਹਾਂ ਤੁਸੀਂ ਇੱਕ ਥਰਡ ਪਾਰਟੀ ਯੂਜ਼ ਕਰੋਗੇ। ਜਿਵੇਂ 2 ਪਰਸਨ ਵਿੱਚ ਕੋਈ ਡਿਸਪਿਊਟ ਹੈ, ਤੁਸੀਂ ਇੱਕ ਥਰਡ ਪਾਰਟੀ ਨੂੰ ਅਪੋਇੰਟ ਕਰ ਲਓ, ਨਿਊਟਰਲ ਥਰਡ ਪਾਰਟੀ, ਜੋ ਕਿ ਤੁਹਾਡਾ ਐਗਰੀਮੈਂਟ ਕਰਵਾ ਦੇਗੀ। ਫਿਰ ਵੇਰੀਅਸ ਮੈਥਡਸ ਹੁੰਦੇ ਨੇ ਅਲਟਰਨੇਟ ਡਿਸਪਿਊਟ ਰੈਜ਼ੋਲਿਊਸ਼ਨ ਦੇ। ਫਸਟ ਹੈ ਆਰਬਿਟ੍ਰੇਸ਼ਨ। ਆਰਬਿਟ੍ਰੇਸ਼ਨ ਕੀ ਹੈ? ਤੁਸੀਂ ਇੱਕ ਨਿਊਟਰਲ ਆਰਬਿਟਰੇਟਰ, ਕੋਈ ਥਰਡ ਪਰਸਨ ਰੱਖ ਲਵੋ, ਮਤਲਬ ਅਪੋਇੰਟ ਕਰ ਲਓ ਕਿ ਇਹ ਸਾਡਾ ਡਿਸਪਿਊਟ ਸੋਲਵ ਕਰੇਗਾ। ਬਟ ਜ਼ਿਆਦਾਤਰ ਕੀ ਹੁੰਦਾ, ਜਿਹੜਾ ਆਰਬਿਟ੍ਰੇਸ਼ਨ ਦੇ ਵਿੱਚ ਜੇ ਉਹ ਵੀ ਥਰਡ ਪਰਸਨ ਡਿਸੀਜ਼ਨ ਲਏਗਾ ਉਹ ਬਾਈਂਡਿੰਗ ਹੁੰਦਾ ਹੈਗਾ। ਅਤੇ ਇਹ ਸਾਡੀ ਕੰਟਰੀ ਵਿੱਚ ਆਰਬਿਟ੍ਰੇਸ਼ਨ ਐਂਡ ਕੰਸੀਲੀਏਸ਼ਨ ਐਕਟ 1996 ਦੇ ਅੰਡਰ ਗਵਰਨ ਕੀਤਾ ਜਾਂਦਾ। ਬਹੁਤ ਕੋਈ ਡੋਮੈਸਟਿਕ ਡਿਸਪਿਊਟ ਹੈ, ਇੰਟਰਨੈਸ਼ਨਲ ਡਿਸਪਿਊਟ ਹੈ। ਕਿਹੜਾ ਐਕਟ ਹੈ? ਵੈਰੀ ਇੰਪੋਰਟੈਂਟ, ਆਰਬਿਟ੍ਰੇਸ਼ਨ ਐਂਡ ਕੰਸੀਲੀਏਸ਼ਨ ਐਕਟ 1996। ਥਿੰਗ ਇਸ ਕਿ ਸਾਡੇ DPSP 51 ਦੇ ਵਿੱਚ ਵੀ ਲਿਖਿਆ ਹੋਇਆ ਕਿ ਜਿਹੜੇ ਇੰਟਰਨੈਸ਼ਨਲ ਡਿਸਪਿਊਟਸ ਆ ਤੁਸੀਂ ਆਰਬਿਟ੍ਰੇਸ਼ਨ ਦੇ ਨਾਲ ਸੋਲਵ ਕਰੋ। ਦੈਨ ਹੈ ਕੰਸੀਲੀਏਸ਼ਨ। ਕੰਸੀਲੀਏਸ਼ਨ ਕੀ ਹੈਗਾ ਕਿ ਕੋਈ ਇੱਕ ਨਿਊਟਰਲ ਪਾਰਟੀ ਅਪੋਇੰਟ ਕਰੋ ਜਿਹੜੇ ਡਿਸੀਜ਼ਨ ਬਾਈਂਡਿੰਗ ਨਹੀਂ ਹੋਣਗੇ ਕਿ ਹਾਂ ਬਸ ਉਹ ਡਿਸੀਜ਼ਨ ਲੇਗਾ, ਨਹੀਂ, ਉਹ ਦੋਵਾਂ ਪਾਰਟੀਜ਼ ਦੀ ਗੱਲਬਾਤ ਕਰਵਾਉਣ ਦੀ ਕੋਸ਼ਿਸ਼ ਕਰੇਗਾ। ਜੋ ਵੀ ਮਾਮਲਾ ਹੈ ਆਰਾਮ ਨਾਲ ਸੁਲਝ ਜਾਏ, ਉਸ ਲਈ ਹੁੰਦੀ ਹੈ ਕੰਸੀਲੀਏਸ਼ਨ, ਜੋ ਕਿ ਸ਼ਾਂਤੀ ਨਾਲ ਉਹਨਾਂ ਵਿੱਚ ਕੋਈ ਐਗਰੀਮੈਂਟ ਬਣਾ ਦਿੱਤਾ ਜਾਵੇ। ਅਤੇ ਇੰਟਰਨੈਸ਼ਨਲ ਲੈਵਲ 'ਤੇ UN ਸਿਟਰਲ ਰੂਲਸ ਨੇ, ਕੰਸੀਲੀਏਸ਼ਨ ਰੂਲਸ ਜ਼ਿਆਦਾਤਰ ਕੰਟਰੀਜ਼ ਉਹ ਫੋਲੋ ਕਰਦੀਆਂ ਨੇ। ਅਤੇ ਇਹ ਮੇਨਲੀ ਹੁੰਦਾ ਸਿਵਲ ਡਿਸਪਿਊਟਸ ਦੇ ਵਿੱਚ, ਜਾਂ ਕੋਈ ਕਮਰਸ਼ੀਅਲ ਡਿਸਪਿਊਟ ਹੋਏ, ਕੋਈ ਪ੍ਰੋਪਰਟੀ ਵਗੈਰਾ ਦਾ ਹੋਏ ਨਾ ਡਿਸਪਿਊਟ, ਅਤੇ ਫਿਰ ਕੰਸੀਲੀਏਸ਼ਨ ਦੇ ਥਰੂ ਸੋਲਵ ਕਰਵਾਏ ਜਾਂਦੇ ਨੇ। ਦੈਨ ਹੈ ਮੀਡੀਏਸ਼ਨ। ਮੀਡੀਏਸ਼ਨ ਵਿੱਚ ਜ਼ਿਆਦਾਤਰ ਨਾ ਜਿਹੜੇ ਫੈਮਿਲੀ ਡਿਸਪਿਊਟ ਹੁੰਦੇ ਆ, ਕੋਈ ਡਾਈਵੋਰਸ ਦਾ ਡਿਸਪਿਊਟ ਹੋ ਗਿਆ, ਕੋਈ ਨਾ
ਮੈਰਿਜ ਦੇ ਵਿੱਚ ਡਿਸਪਿਊਟ ਆ ਗਿਆ, ਜਿਵੇਂ ਅਸੀਂ ਦੇਖਦੇ ਹਾਂ ਕਿਸੇ ਨੇ ਫਿਜ਼ੀਕਲੀ ਕੁਛ ਹਰਟ ਕੀਤਾ, ਕੋਈ ਸਲੈਪ ਕਰ ਦਿੱਤਾ ਹੈ ਜਾਂ ਕੁਛ ਬੋਲ ਦਿੱਤਾ ਹੈ ਨਾ, ਇਸ ਤਰ੍ਹਾਂ ਅੱਜ ਕੱਲ੍ਹ ਬੜੇ ਕੋਮਨ ਮਾਮਲੇ ਨੇ। ਅਸੀਂ ਦੇਖਦੇ ਹਾਂ ਜਿਵੇਂ ਪੰਚਾਇਤਾਂ ਬਿਠਾਈਆਂ ਜਾਂਦੀਆਂ ਪਿੰਡ ਵਿੱਚ, ਜਾਂ ਕਿਸੇ ਵੱਡੇ ਜਿਹੜੇ ਸੀਨੀਅਰ ਹੋਣਗੇ ਪਿੰਡ ਦੇ ਓਲਡ, ਉਹਨਾਂ ਨੂੰ ਬੁਲਾ ਕੇ ਮਾਮਲਾ ਸੁਲਝਾਇਆ ਜਾਂਦਾ। ਸੋ ਸੇਮ ਉਸ ਤਰ੍ਹਾਂ ਹੀ ਪ੍ਰੋਸੈਸ ਹੈ ਮੀਡੀਏਸ਼ਨ। ਇੱਕ ਫੈਸਿਲੀਟੇਟਰ ਹੋਏਗਾ ਜੋ ਕਿ ਪਾਰਟੀਜ਼ ਨੂੰ ਅਸਿਸਟ ਕਰੇਗਾ ਕਿ ਹਾਂਜੀ ਕੁਛ ਸੈਟਲਮੈਂਟ ਕਰ ਲਵੋ, ਬਟ ਇਹ ਨੋਨ ਬਾਈਂਡਿੰਗ ਹੋਏਗਾ, ਠੀਕ ਹੈ। ਅਤੇ ਜੋ ਸਾਡਾ ਹਿੰਦੂ ਮੈਰਿਜ ਐਕਟ ਹੈ ਉਹਦੇ ਦੁਆਰਾ ਮੈਂਡੇਟਡ ਹੈ ਕਿ ਇਸ ਤਰ੍ਹਾਂ ਪਹਿਲਾਂ ਕਰੋ, ਡਾਇਰੈਕਟ ਕੋਰਟ ਵਗੈਰਾ ਵਿੱਚ ਨਾ ਜਾਓ। ਦੈਨ ਨੈਗੋਸ਼ੀਏਸ਼ਨ, ਸੇਮ ਉਹੀ ਕਿ ਕੋਈ ਪਰਸਨ ਹੈ ਤੁਹਾਡੀ ਨੈਗੋਸ਼ੀਏਸ਼ਨ ਕਰਵਾਉਣ ਦੀ ਕੋਸ਼ਿਸ਼ ਕਰੇਗਾ ਅਤੇ ਅਫਕੋਰਸ ਬਾਈਂਡਿੰਗ ਨਹੀਂ ਹੋਏਗਾ। ਇਹ ਕੋਈ ਫੈਮਿਲੀ, ਇੰਡਸਟਰੀਅਲ, ਪੈਟੀ ਡਿਸਪਿਊਟ ਦੇ ਵਿੱਚ, ਮਤਲਬ ਇਹ ਨੈਗੋਸ਼ੀਏਟਰ ਦਾ ਬਹੁਤ ਲਿਮਿਟਿਡ ਰੋਲ ਹੈ। ਇਹ ਬਸ ਕੀ ਕਰੇਗਾ, ਦੋ ਜਿਹੜੇ ਪਰਸਨਸ ਵਿੱਚ ਡਿਸਪਿਊਟ ਹੈ ਬਸ ਉਹਨਾਂ ਨੂੰ ਇੱਕ ਕੋਮਨ ਟੇਬਲ 'ਤੇ ਲੈ ਕੇ ਆਏਗਾ, ਜੋ ਇਕੱਠੇ ਕਰਵਾਏਗਾ, ਬਾਕੀ ਉਹਨਾਂ ਨੇ ਸੋਲਵ ਖੁਦ ਹੀ ਕਰਨਾ ਆਪਸ ਵਿੱਚ। ਉਹਨੂੰ ਬੋਲਦੇ ਆ ਨੈਗੋਸ਼ੀਏਸ਼ਨ ਕਰਵਾਉਣੀ। ਅਤੇ ਮੀਡੀਏਸ਼ਨ ਦੱਸਦਾ ਮੈਂ ਫੈਮਿਲੀ ਮੈਟਰੀਮੋਨੀਅਲ ਡਿਸਪਿਊਟ ਦੇ ਵਿੱਚ ਹੁੰਦਾ, ਕੰਸੀਲੀਏਸ਼ਨ ਵਗੈਰਾ ਕਮਰਸ਼ੀਅਲ ਸਿਵਲ ਡਿਸਪਿਊਟ ਵਿੱਚ ਹੁੰਦਾ। ਦੈਨ ਵੈਰੀ ਇੰਪੋਰਟੈਂਟ ਟੋਪਿਕ ਨਾਲਸਾ, ਨੈਸ਼ਨਲ ਲੀਗਲ ਸਰਵਿਸ ਅਥੋਰਿਟੀ। ਬੇਸਿਕਲੀ ਇਹ ਇੱਕ ਸਟੈਚੂਰੀ ਬੋਡੀ ਹੈ, ਮਤਲਬ ਪਾਰਲੀਮੈਂਟ ਦਾ ਐਕਟ ਆਇਆ ਸੀ ਲੀਗਲ ਸਰਵਿਸਿਜ਼ ਅਥੋਰਿਟੀ ਐਕਟ 1987। ਇਹ ਕਿਹਦੇ ਲਈ ਹੈ ਕਿ ਜਿਹੜੇ ਵੀਕਰ ਸੈਕਸ਼ਨ ਹੈ, ਜੋ ਕਿ ਕੋਰਟ ਦੀ ਫੀਸ ਅਫੋਰਡ ਨਹੀਂ ਕਰ ਸਕਦੇ, ਉਹਨਾਂ ਲਈ ਫ੍ਰੀ ਲੀਗਲ ਸਰਵਿਸਿਜ਼ ਪ੍ਰੋਵਾਈਡ ਕਰਦਾ। ਮੇਨ ਕੀ ਕਰਦਾ ਹੈ ਕਿ ਜਿਹੜੀ ਸਟੇਟ ਲੈਵਲ 'ਤੇ ਵੀ ਅਥੋਰਿਟੀਜ਼ ਕ੍ਰੀਏਟ ਕਰਦਾ ਹੈ, ਅਤੇ ਜਿਹੜੀ ਸਟੇਟ ਲੈਵਲ 'ਤੇ ਕਿਸ ਤਰ੍ਹਾਂ ਨਾਲ ਚੀਜ਼ਾਂ ਫੋਲੋ ਹੋਣਗੀਆਂ ਫ੍ਰੀ ਲੀਗਲ ਏਡ ਦੇਣ ਦੇ ਲਈ, ਉਹ ਸਭ ਲਈ ਗਾਈਡਲਾਈਨਸ ਵੀ ਦਿੱਤੀਆਂ ਜਾਂਦੀਆਂ ਐਕਟ ਦੇ ਅੰਡਰ। ਅਸੀਂ ਡਿਟੇਲ ਵਿੱਚ ਦੇਖਦੇ ਹਾਂ। ਫਸਟ ਹੈ ਕਿ ਕਿਹੜੇ ਕੌਂਸਟੀਟਿਊਸ਼ਨਲ ਪ੍ਰੋਵੀਜ਼ਨ ਸਾਨੂੰ ਮੋਟੀਵੇਟ ਕਰਦੇ ਨੇ ਕਿ ਫ੍ਰੀ ਲੀਗਲ ਸਰਵਿਸ ਦਿੱਤੀ ਜਾਏ। ਦੈਟ ਇਜ਼ ਆਰਟੀਕਲ 39A, ਜੋ ਕਿ ਐਡ ਹੋਇਆ ਸੀਗਾ 42nd ਕੌਂਸਟੀਟਿਊਸ਼ਨਲ ਅਮੈਂਡਮੈਂਟ 1976। ਇਹ ਥਰੂ ਕਹਿੰਦੇ ਆ ਕਿ ਫ੍ਰੀ ਲੀਗਲ ਏਡ ਦਿੱਤੀ ਜਾਏ ਟੂ ਦੀ ਪੂਅਰ। ਅਤੇ ਸੇਮ ਉਹਦੇ ਲਈ ਐਕਟ ਆਇਆ ਨਾਲਸਾ, ਡੇਟ ਯਾਦ ਰੱਖਣੀ ਹੈ 1987 ਦੇ ਵਿੱਚ ਆਇਆ। ਦੈਨ ਆਰਟੀਕਲ 14 ਬੋਲਦਾ ਇਕੁਐਲਿਟੀ ਬਿਫੋਰ ਲਾਅ, ਸਾਰੇ ਬਰਾਬਰ ਨੇ, ਪਰ ਬਰਾਬਰ ਕਿੱਦਾਂ? ਇੱਕ ਪਰਸਨ ਇਜ਼ ਵੈਰੀ ਰਿਚ, ਕਿੰਨਾ ਲੋਇਰ ਵਗੈਰਾ ਅਫੋਰਡ ਕਰ ਸਕਦਾ, ਉਹ ਕੋਰਟ ਜਾ ਸਕਦਾ, ਉਹਨੂੰ ਜਸਟਿਸ ਮਿਲ ਸਕਦਾ, ਬਟ ਪੂਅਰ ਨਹੀਂ ਕਰ ਸਕਦਾ। ਸੋ ਇਹ ਇਕੁਐਲਿਟੀ ਨੂੰ ਇਨਸ਼ੋਰ ਕਰਨ ਦੇ ਲਈ ਇਹ ਐਕਟ ਆਇਆ। ਦੈਨ ਆਰਟੀਕਲ 22 ਹੈ, ਉਹ ਵੀ ਸੇਮ ਬੋਲਦਾ ਵਾ ਕਿ ਜਿਹੜਾ ਵੀ ਬੰਦਾ ਅਰੈਸਟ ਹੋਇਆ, ਹੀ ਔਰ ਸ਼ੀ ਕੈਨ ਹਾਇਰ ਅ ਲੀਗਲ ਪ੍ਰੈਕਟੀਸ਼ਨਰ, ਉਹ ਲੋਇਰ ਹਾਇਰ ਕਰ ਸਕਦਾ ਵਾ, ਬਟ ਮਤਲਬ ਰਾਈਟ ਆ ਉਹਦਾ ਲੋਇਰ ਹਾਇਰ ਕਰਨਾ, ਠੀਕ ਹੈ। ਦੈਨ ਇਹ ਐਕਟ ਦੇ ਅੰਡਰ ਕੁਛ ਅਥੋਰਿਟੀਜ਼ ਬਣਾਈਆਂ ਗਈਆਂ, ਕੁਛ ਇੰਸਟੀਟਿਊਸ਼ਨ ਕ੍ਰੀਏਟ ਕੀਤੇ ਗਏ ਨੇ। ਫਸਟ ਹੈ ਸਟੇਟ ਲੀਗਲ ਸਰਵਿਸਿਜ਼ ਅਥੋਰਿਟੀ, ਮਤਲਬ ਸਟੇਟ ਲੈਵਲ 'ਤੇ ਹੈ, ਜੋ ਕਿ ਡਿਸਟ੍ਰਿਕਟ ਅਤੇ ਤਾਲੂਕਾ ਲੀਗਲ ਸਰਵਿਸਿਜ਼ ਨੂੰ ਦੇਖਣਗੇ, ਠੀਕ ਹੈ। ਜਿਵੇਂ ਸਭ ਤੋਂ ਲੋ ਲੈਵਲ 'ਤੇ ਹੋਣਗੇ, ਤਾਲੂਕਾ ਲੈਵਲ 'ਤੇ ਵੀ ਬਣਾਈ ਗਈ ਅਥੋਰਿਟੀ, ਫਿਰ ਜ਼ਿਲ੍ਹੇ ਲੈਵਲ 'ਤੇ ਵੀ ਬਣਾਈ ਗਈ ਹੈ, ਅਤੇ ਇਹ ਦੋਵਾਂ ਨੂੰ ਸਟੇਟ ਲੀਗਲ ਸਰਵਿਸ ਅਥੋਰਿਟੀ ਓਵਰਸੀ ਕਰੇਗੀ। ਦੈਨ ਫਿਰ ਇੱਕ ਸੁਪਰੀਮ ਕੋਰਟ ਦੀ ਵੀ ਲੀਗਲ ਸਰਵਿਸ ਕਮੇਟੀ ਬਣਾਈ ਗਈ ਹੈ। ਮੋਸਟ ਇੰਪੋਰਟੈਂਟ ਥਿੰਗ ਹੈ ਚੀਜ਼ ਦੀ ਜੋ ਪੁੱਛਿਆ ਜਾ ਸਕਦਾ ਹੈ ਕਿ ਫ੍ਰੀ ਲੀਗਲ ਸਰਵਿਸਿਜ਼ ਦੇ ਲਈ ਕੌਣ ਐਲੀਜੀਬਲ। ਆਫ ਕੋਰਸ ਸਾਰਿਆਂ ਨੂੰ ਤਾਂ ਮਿਲਣਗੇ, ਨਹੀਂ ਕੌਣ ਐਲੀਜੀਬਲ ਹੈ। ਫਸਟ ਆਫ ਆਲ ਸਾਰੀ ਵਿਮਨ, ਵੈਰੀ ਇੰਪੋਰਟੈਂਟ, ਵਿਮਨ, ਚਿਲਡਰਨ ਦਾ ਕੋਈ ਕੇਸ ਹੈ, SC ST, ਕੋਈ ਡਿਜ਼ਾਸਟਰ ਦਾ ਵਿਕਟਿਮ ਹੈ, ਡਿਸਏਬਲਡ ਪਰਸਨ ਹੈ ਜਿਹਦੀ ਫੈਮਿਲੀ ਇਨਕਮ 1 ਲੱਖ ਤੋਂ ਘੱਟ ਹੈਗੀ ਹੈ, ਜੇਕਰ ਸੁਪਰੀਮ ਕੋਰਟ ਦੇ ਵਿੱਚ ਚੱਲ ਰਿਹਾ ਕੇਸ ਫਿਰ 1.25 ਲੱਖ ਤੋਂ ਘੱਟ। ਓਕੇ, ਮੀਨਸ ਵਿਮਨ, ਚਿਲਡਰਨ, ਡਿਸਏਬਲਡ ਪਰਸਨ, ਡਿਜ਼ਾਸਟਰ ਦੇ ਵਿਕਟਿਮ, SC ST, ਲੋ ਇਨਕਮ ਇੰਡੀਵਿਜੂਅਲ। ਜੇ ਤੁਸੀਂ ਕਿਸੇ ਹੋਰ ਕੋਰਟ ਵਿੱਚ ਤੁਹਾਡਾ ਕੇਸ ਹੈ, ਦੈਨ ਜੇ 1 ਲੱਖ ਤੋਂ ਘੱਟ ਇਨਕਮ ਹੈ, ਅਤੇ ਫਿਰ ਤੁਹਾਨੂੰ ਪਤਾ ਸੁਪਰੀਮ ਕੋਰਟ ਦੀ ਫੀਸ ਥੋੜ੍ਹੀ ਜ਼ਿਆਦਾ ਹੀ
ਹਾਈ ਹੁੰਦੀ ਹੈ, ਸੋ 1.25 ਲੱਖ ਤੋਂ ਘੱਟ ਜੇਕਰ ਤੁਹਾਡੀ ਇਨਕਮ ਹੈ ਤੇ ਤੁਹਾਨੂੰ ਕਿਹੜੀ ਸਰਵਿਸ ਦਿੱਤੀ ਜਾਂਦੀ ਹੈ ਕਿ ਜਿਹੜੀ ਕੋਰਟ ਦੀ ਫੀਸ ਹੈ, ਲੋਇਰ ਦੀ ਸਰਵਿਸਿਸ ਲੈਂਦੇ ਹੋ, ਡਾਕੂਮੈਂਟਸ ਕਿੰਨੇ ਜ਼ਿਆਦਾ ਉੱਥੇ ਛਾਪਣੇ ਪੈਂਦੇ ਆ, ਇਹ ਸਭ ਕੁਝ ਫ੍ਰੀ ਮਿਲੇਗਾ ਤੁਹਾਨੂੰ। ਫਿਰ ਇਹ ਗੌਰਮੈਂਟ ਨੇ ਕੁਝ ਇਨੀਸ਼ੀਏਟਿਵਸ ਲਏ ਹੈ, ਤੁਹਾਡੇ ਕੋਲ ਪੁੱਛ ਸਕਦੇ ਨੇ ਕਿਹਦੇ ਰਿਲੇਟਿਡ ਹੈ, ਜਿਵੇਂ ਲੀਗਲ ਸਰਵਿਸ ਮੋਬਾਈਲ ਐਪ ਬਣਾਈ ਗਈ ਹੈ, ਦਿਸ਼ਾ ਸਕੀਮ ਹੈ। ਦੇ ਕੈਨ ਆਸਕ ਯੂ ਕਿ ਦਿਸ਼ਾ ਸਕੀਮ ਕਿਸ ਰਿਲੇਟਿਡ ਹੈ, ਅਤੇ ਹੈਗੀ ਹੈ ਟੂ ਪ੍ਰੋਵਾਈਡ ਐਕਸੈਸ ਟੂ ਜਸਟਿਸ। ਦੈਨ ਨਿਆਏ ਬੰਧੂ, ਠੀਕ ਹੈ, ਇਹ ਸੀਗਾ ਐਕਟ ਫ੍ਰੀ ਲੀਗਲ ਸਰਵਿਸ ਦਾ। ਫਿਰ ਅਸੀਂ ਨੈਕਸਟ ਟੋਪਿਕ 'ਤੇ ਆਉਂਦੇ ਹਾਂ, ਲੋਕ ਅਦਾਲਤ। ਲੋਕ ਅਦਾਲਤ ਨੂੰ ਪੀਪਲਸ ਕੋਰਟ ਵੀ ਕਿਹਾ ਜਾਂਦਾ ਹੈ, ਅਤੇ ਇਹ ਵੀ ਅਲਟਰਨੇਟ ਡਿਸਪਿਊਟ ਰੈਜ਼ੋਲਿਊਸ਼ਨ ਦਾ ਹੀ ਇੱਕ ਮੈਕੈਨਿਜ਼ਮ ਹੈ ਕਿ ਤੁਹਾਨੂੰ ਕੋਰਟ ਵਗੈਰਾ ਦੀ ਜਗ੍ਹਾ 'ਤੇ ਤੁਸੀਂ ਲੋਕ ਅਦਾਲਤ ਦੇ ਥਰੂ ਆਪਣੇ ਕੇਸਿਸ ਸਪੀਡਲੀ, ਤੁਹਾਨੂੰ ਸਪੀਡੀ ਜਸਟਿਸ ਮਿਲੇਗਾ, ਤੁਸੀਂ ਜਲਦੀ ਨਾਲ ਆਪਣੇ ਕੇਸਿਸ ਸੋਲਵ ਕਰਵਾ। ਅਤੇ ਇੰਪੋਰਟੈਂਟ ਯਾਦ ਰੱਖਣਾ ਕਿ ਇਹ ਗਾਂਧੀਅਨ ਪ੍ਰਿੰਸੀਪਲ ਨੂੰ ਰਿਫਲੈਕਟ ਕਰਦੇ ਆ, ਓਕੇ। ਅਤੇ ਇਹਨੂੰ ਵੀ ਸਟੈਚੂਰੀ ਸਟੇਟਸ ਕਿਹਦੇ ਥਰੂ ਮਿਲਿਆ, ਜਿਹੜਾ ਅਸੀਂ ਹੁਣੇ ਐਕਟ ਕਰਿਆ, ਲੀਗਲ ਸਰਵਿਸ ਅਥੋਰਿਟੀ ਐਕਟ 1987, ਠੀਕ ਹੈ। ਅਤੇ ਪਹਿਲਾ ਲੋਕ ਅਦਾਲਤ ਨਾ 1982 ਵਿੱਚ ਗੁਜਰਾਤ ਦੇ ਵੱਲੋਂ ਬਣਾਈ ਗਈ ਸੀਗੀ, ਠੀਕ ਹੈ। ਸਿਰਫ ਮਤਲਬ ਗੁਜਰਾਤ ਨੇ ਇਹ ਚੀਜ਼ ਕੀਤੀ, ਫਿਰ ਇਹ ਚੀਜ਼ ਨੂੰ ਵਧੀਆ ਦੇਖਿਆ ਗਿਆ ਅਤੇ ਫਿਰ ਪਾਰਲੀਮੈਂਟ ਇੱਕ ਫੁੱਲ ਫਲੈਜ ਐਕਟ ਦੇ ਨਾਲ ਆਈ ਕਿ ਹਾਂਜੀ ਲੋਕ ਅਦਾਲਤ ਆਲ ਇੰਡੀਆ ਲੈਵਲ 'ਤੇ ਬਣਨੀਆਂ ਚਾਹੀਦੀਆਂ ਨੇ। ਦੈਨ ਲੋਕ ਅਦਾਲਤ ਵਿੱਚ ਕੌਣ ਹੋਏ, ਪਹਿਲਾਂ ਇੱਕ ਜਿਹੜਾ ਜੱਜ ਹੋਏਗਾ ਜੋ ਕੇਸ ਦੇਖੇਗਾ, ਜੱਜ ਕੌਣ ਹੋ ਸਕਦਾ ਹੈ, ਜਾਂ ਸਰਵਿੰਗ ਜਾਂ ਰਿਟਾਇਰਡ ਜੁਡੀਸ਼ੀਅਲ ਆਫਿਸਰ, ਓਕੇ, ਸਰਵ ਕਰਨ ਵਾਲਾ ਵੀ, ਜਾਂ ਕੋਈ ਰਿਟਾਇਰਡ ਜੁਡੀਸ਼ੀਅਲ ਆਫਿਸਰ ਐਂਡ ਅਦਰ ਪਰਸਨ ਆਫ ਦ ਏਰੀਆ ਐਜ਼ ਮੇ ਬੀ ਸਪੈਸੀਫਾਈਡ ਬਾਈ ਦ ਏਜੰਸੀ। ਜਨਰਲੀ ਕੀ ਹੁੰਦਾ ਹੈ ਕਿ ਜੁਡੀਸ਼ੀਅਲ ਆਫਿਸਰ ਹੁੰਦੇ ਆ ਜੋ ਕਿ ਇੱਕ ਚੇਅਰਮੈਨ ਹੁੰਦੇ ਆ, ਅਤੇ ਨਾਲ ਹੀ ਆਫਕੋਰਸ ਉੱਥੇ ਲੋਇਰ ਚਾਹੀਦਾ ਹੋਏਗਾ, ਅਤੇ ਨਾਲ ਇੱਕ ਸੋਸ਼ਲ ਵਰਕਰ ਹੁੰਦੇ ਆ ਇਸ ਮੈਂਬਰ, ਓਕੇ। ਮੀਨ ਦੈਟ ਓਨਲੀ 3 ਪਰਸਨ, ਜੁਡੀਸ਼ੀਅਲ ਆਫਿਸਰ, ਸਰਵਿੰਗ ਰਿਟਾਇਰਡ, ਲੋਇਰ, ਸੋਸ਼ਲ ਵਰਕਰ। ਫਿਰ ਲੋਕ ਅਦਾਲਤ ਅਲੱਗ ਤਰ੍ਹਾਂ ਦੀ ਹੁੰਦੀ ਹੈ ਕਿ ਕੁਛ ਲੋਕ ਅਦਾਲਤ ਨੈਸ਼ਨਲ ਲੈਵਲ 'ਤੇ ਬੈਠਦੀ ਹੈ, ਕੁਛ ਸਟੇਟ ਲੈਵਲ 'ਤੇ ਬੈਠਦੀ ਹੈ। ਜਿਹੜੀ ਨੈਸ਼ਨਲ ਲੈਵਲ 'ਤੇ ਬੈਠਦੀ ਆ ਉਹਨੂੰ ਅਸੀਂ ਬੋਲਦੇ ਹਾਂ ਨੈਸ਼ਨਲ ਲੋਕ ਅਦਾਲਤਸ, ਅਤੇ ਇਹ ਕੀ ਹੈ 2015 ਤੋਂ ਸਟਾਰਟ ਹੋਈ ਹੈ। ਸਟੇਟ ਲੋਕ ਅਦਾਲਤ ਵੀ ਹੁੰਦੀਆਂ ਜੋ ਕਿ ਰੈਗੂਲਰ ਬੇਸਿਸ 'ਤੇ ਬਣਦੀਆਂ ਰਹਿੰਦੀਆਂ, ਜਿਵੇਂ ਕੰਟੀਨਿਊਸ ਲੋਕ ਅਦਾਲਤ ਹੁੰਦੀ ਆ ਜੋ ਕਿ ਹੈ ਵੇ ਕਿ ਹਾਂਜੀ ਇਹ ਹੋਣਗੀਆਂ ਮੌਜੂਦ ਕੁਛ ਪਰਟੀਕੂਲਰ ਡੇਜ਼ ਲਈ। ਫਿਰ ਹੈ ਡੇਲੀ ਲੋਕ ਅਦਾਲਤ ਜੋ ਕਿ ਡੇ ਟੂ ਡੇ ਡਿਸਪਿਊਟਸ ਨੂੰ ਸੋਲਵ ਕਰਨ ਲਈ ਹੋਏਗੀ। ਫਿਰ ਮੋਬਾਈਲ ਲੋਕ ਅਦਾਲਤਸ ਵੀ ਹੁੰਦੀਆਂ ਜੋ ਕਿ ਜਗ੍ਹਾ 'ਤੇ ਜਾ ਕੇ ਆਪਣੀ ਅਦਾਲਤ ਲਗਾਉਂਦੇ, ਉੱਥੋਂ ਦੇ ਏਰੀਆ ਦੇ ਕੇਸਿਸ ਸੋਲਵ ਕਰਨਗੇ। ਕਿਉਂਕਿ ਆਹ ਲੋਕ ਅਦਾਲਤ ਕੋਈ ਇਸ ਤਰ੍ਹਾਂ ਨਹੀਂ ਹੈ ਨਾ ਜਿਵੇਂ ਹਾਈ ਕੋਰਟ ਦੀ ਬਿਲਡਿੰਗ ਹੈ, ਸੁਪਰੀਮ ਕੋਰਟ ਦੀ ਬਿਲਡਿੰਗ ਹੈ, ਇਸ ਤਰ੍ਹਾਂ ਨਹੀਂ ਹੈ। ਇਹ ਜਸਟ ਪੂਰੀ ਫੁੱਲ ਫਲੈਜ ਲਗਾਈਆਂ ਜਾਂਦੀਆਂ ਪਰਟੀਕੂਲਰ ਟਾਈਮ ਵਾਸਤੇ, ਠੀਕ ਹੈ। ਫਿਰ ਇੱਕ ਨੈਸ਼ਨਲ ਲੈਵਲ 'ਤੇ ਹੁੰਦੀ ਆ ਜੋ ਕਿ ਨੈਸ਼ਨਲ ਲੈਵਲ ਦੇ ਵਿੱਚ ਡਿਸਪਿਊਟ ਦੇਖੇਗੀ। ਫਿਰ ਸਟੇਟ ਲੈਵਲ ਦੀ ਹੋਏਗੀ, ਉਹ ਵੀ ਹੋਏਗੀ ਕੁਛ ਕੰਟੀਨਿਊਸ ਜੋ ਕੁਛ ਦਿਨਾਂ ਵਾਸਤੇ ਬੈਠੇਗੀ ਕਿ ਹਾਂ ਇਹ 2 ਮਹੀਨਿਆਂ 'ਚ ਬੈਠੇਗੀ ਜਾਂ 3 ਮੰਥਸ ਲਈ ਬੈਠੇਗੀ ਜਾਂ ਕੁਛ, ਅਤੇ ਇੱਕ ਡੇ ਟੂ ਡੇ ਬੇਸਿਸ ਲਈ ਹੁੰਦੀ ਹੈ। ਦੈਨ ਇੱਕ ਮੋਬਾਈਲ ਲੋਕ ਅਦਾਲਤ ਹੁੰਦੀ ਹੈ ਜੋ ਕਿ ਜਗ੍ਹਾ ਜਾਂਦੀ ਹੈਗੀ। ਦੈਨ ਇੱਕ ਹੁੰਦੀ ਹੈ ਜੋ ਕਿ ਮੇਗਾ ਲੋਕ ਅਦਾਲਤ ਬੜੇ ਵੱਡੇ ਪੱਧਰ 'ਤੇ ਲਗਾਈ ਜਾਂਦੀ ਹੈ, ਜੋ ਕਿ ਇੱਕ ਸਿੰਗਲ ਡੇ ਵਿੱਚ ਸਾਰੇ ਜਿੰਨੇ ਵੀ ਕੋਰਟਸ ਹੈ ਉਹਨਾਂ ਵੱਲੋਂ ਇੱਕ ਦਿਨ ਬੜੀ ਮੇਗਾ ਅਦਾਲਤ ਲਗਾਈ ਜਾਏਗੀ, ਜਿਹੜੇ ਵੀ ਪੁਰਾਣੇ ਕੇਸਿਸ ਵਗੈਰਾ ਸਭ ਸੋਲਵ ਕਰ ਲਏ ਜਾਣਗੇ, ਠੀਕ ਹੈ। ਫਿਰ ਕੁਛ ਇਹ ਤਾਂ ਸੀਗੀਆਂ ਲੋਕ ਅਦਾਲਤ ਜਿਹੜੇ ਕੁਛ ਟੈਂਪਰੇਰੀ ਬੇਸ 'ਤੇ ਜ਼ਰੂਰਤ ਬੇਸ 'ਤੇ ਲੱਗਦੀਆਂ ਨੇ, ਬਟ ਫਿਰ ਇਹਨਾਂ ਨੇ ਪਰਮਾਨੈਂਟ ਲੋਕ ਅਦਾਲਤ ਵੀ ਬਣਾਈ 2002 ਦੇ ਵਿੱਚ। ਇਸ ਐਕਟ ਨੂੰ ਅਮੈਂਡ ਕਰਕੇ ਇਹਨਾਂ ਨੇ ਕਿਹਾ ਕਿ ਨਹੀਂ, ਇੱਕ ਪਰਮਾਨੈਂਟ ਬੇਸ 'ਤੇ ਵੀ ਅਦਾਲਤ ਹੋਣੀ ਚਾਹੀਦੀ ਹੈ, ਲੋਕ ਅਦਾਲਤ, ਜਿੱਥੇ ਕਿ ਲੋਕ ਕੋਰਟ ਵਗੈਰਾ ਤੋਂ ਜਾਣ ਤੋਂ ਪਹਿਲਾਂ ਲੋਕ ਅਦਾਲਤ ਹੀ ਜਾਣ। ਅਤੇ ਇਹ ਡਿਸਪਿਊਟ ਦੇਖਦੇ ਆ ਰਿਲੇਟਿਡ ਟੂ ਪਬਲਿਕ ਯੂਟੀਲਿਟੀ ਸਰਵਿਸਿਜ਼, ਅਤੇ ਉਹੀ ਇੱਕ ਚੇਅਰਮੈਨ ਹੋਣਗੇ, ਸਰਵਿੰਗ ਜਾਂ ਰਿਟਾਇਰਡ ਜੁਡੀਸ਼ੀਅਲ ਆਫਿਸਰ, ਪਲੱਸ ਪਰਮਾਨੈਂਟ ਵਿੱਚ ਕੀ ਹੋਏਗਾ 2 ਮੈਂਬਰਸ ਹੋਣਗੇ ਜੋ ਐਕਸਪਰਟ ਹੋਣਗੇ ਇਨ ਪਬਲਿਕ ਯੂਟੀਲਿਟੀ ਸਰਵਿਸਿਜ਼। ਹੁਣ ਪਬਲਿਕ ਯੂਟੀਲਿਟੀ ਸਰਵਿਸ ਵਿੱਚ ਕੀ ਆਉਂਦਾ, ਕੋਈ ਵੀ ਡਿਸਪਿਊਟ
रिगार्डिंग ट्रांसपोर्ट, पोस्टल, टैलीग्राफ, इलैक्ट्रिसिटी, सैनिटेशन, हॉस्पिटल, इंश्योरेंस। तो ਪਹਿਲਾਂ ਕੀ ਸੀਗਾ ਕਿ ਇਹ 10 ਲੱਖ ਤੱਕ ਦੇ ਕੇਸਿਸ ਦੇਖ ਸਕਦੇ ਨੇ, ਬਟ 2015 'ਚ ਕਿਹਾ ਗਿਆ ਕਿ ਨਹੀਂ 1 ਕਰੋੜ ਤੱਕ ਦੇ ਕੇਸਿਸ। ਸੋ ਦੇ ਕੈਨ ਆਸਕ ਯੂ ਕਿ ਲੋਕ ਅਦਾਲਤ ਦੀ ਕਿੰਨੀ ਲਿਮਿਟ ਹੈ ਕੇਸਿਸ ਦੇਖਣ ਦੀ। ਇਟ ਇਜ਼ 1 ਕਰੋੜ ਰੁਪੀਸ ਤੱਕ ਦੇ ਕੇਸ। ਸਭ ਤੋਂ ਇੰਪੋਰਟੈਂਟ ਚੇਂਜ ਜਿਹੜੇ ਨੋਨ ਕੰਪਾਊਂਡੇਬਲ ਓਫੈਂਸਿਸ ਨੇ, ਲੋਕ ਅਦਾਲਤ ਉਹਨਾਂ ਨੂੰ ਨਹੀਂ ਵੇਖ ਸਕਦੇ ਕਿ ਕੁਝ ਓਫੈਂਸਿਸ ਆ ਜਿਹਨਾਂ ਨੂੰ ਤੁਸੀਂ ਇਸ ਤਰ੍ਹਾਂ ਨਾਲ ਸੋਲਵ ਨਹੀਂ ਕਰ ਸਕਦੇ ਹੋ, ਫੁੱਲ ਫਲੈਜ ਕੋਰਟ ਹੀ ਜਾਣਾ ਪਏਗਾ। ਨੋਨ ਕੰਪਾਊਂਡੇਬਲ ਓਫੈਂਸਿਸ ਲਈ ਹੈ ਨਹੀਂ ਹੈਗਾ। ਜਿਵੇਂ ਅਨਟੱਚੇਬਿਲਿਟੀ ਜਿਹੜੇ ਹੈਗੀ ਹੈ ਉਹਦੇ ਰਿਲੇਟਿਡ ਇੱਕ ਨੋਨ ਕੰਪਾਊਂਡੇਬਲ ਓਫੈਂਸ ਹੈ। ਤੁਸੀਂ ਕੋਈ ਸ਼ਡਿਊਲ ਕਾਸਟ ਰਿਗਾਰਡਿੰਗ ਕੁਛ ਵੀ ਹੈ ਨਾ ਓਫੈਂਸ ਕਰਦੇ ਹੋ ਅਤੇ ਉਹ ਹੈ ਨੋਨ ਕੰਪਾਊਂਡੇਬਲ ਹੈ ਕਿ ਉੱਥੇ ਤੁਹਾਡਾ ਉਹ ਨਹੀਂ ਹੋ ਸਕਦਾ ਕਿ ਤੁਸੀਂ ਚਲੋ ਗੱਲਬਾਤ ਕਰਕੇ ਜਾਂ ਕੁਛ ਇੱਦਾਂ ਕੋਈ ਕੰਪਨਸੇਸ਼ਨ ਦੇ ਥਰੂ ਸੋਲਵ ਕਰ ਲਿਆ, ਨਹੀਂ, ਉਹਨੂੰ ਬੋਲਦੇ ਆ ਨੋਨ ਕੰਪਾਊਂਡੇਬਲ ਓਫੈਂਸ। ਠੀਕ ਹੈ, ਹੁਣ ਅਸੀਂ ਮੇਨ ਪੁਆਇੰਟਸ ਦੇਖਦੇ ਹਾਂ ਜੋ ਸਾਡੇ ਪ੍ਰੀਲਿਮਸ ਲਈ ਇੰਪੋਰਟੈਂਟ ਹੈ। ਠੀਕ ਹੈ, ਸਟੋਰੀਜ਼ ਨਹੀਂ ਹੁਣ ਦੇਖਾਂਗੇ ਜ਼ਿਆਦਾ। ਸੋ ਪਹਿਲਾਂ ਅਸੀਂ ਫਿਰ ਤੋਂ ਰਿਵਾਈਜ਼ ਕਰਦੇ ਹਾਂ ਕਿ 2002 ਦੇ ਵਿੱਚ ਅਮੈਂਡਮੈਂਟ ਹੋਈ ਕਿਹਾ ਕਿ ਪਰਮਾਨੈਂਟ ਲੋਕ ਅਦਾਲਤ ਬਣਾਓ। ਚੇਅਰਮੈਨ ਹੋਣਗੇ ਰਿਟਾਇਰਡ ਜਾਂ ਸਰਵਿੰਗ ਡਿਸਟ੍ਰਿਕਟ ਜੱਜ। ਪਬਲਿਕ ਯੂਟੀਲਿਟੀ ਸਰਵਿਸਿਜ਼ ਦੇਖਣਗੇ ਕਿਹੜੇ 2 ਮੈਂਬਰਸ ਐਕਸਪਰਟ ਹੋਣਗੇ, ਮਤਲਬ ਐਕਸਪਰਟ ਹੋਣੇ ਚਾਹੀਦੇ ਆ ਇਨ ਪਬਲਿਕ ਯੂਟੀਲਿਟੀ ਸਰਵਿਸ। ਦੈਨ 1 ਕਰੋੜ ਰੁਪੀਸ ਤੱਕ ਦੇ ਕੇਸ ਤੇ ਨੋਨ ਕੰਪਾਊਂਡੇਬਲ ਨਹੀਂ ਦੇਖ ਸਕਦੇ ਆ। ਅਤੇ ਜੇ ਤੁਸੀਂ ਇੱਕ ਵਾਰੀ ਕੇਸ ਫਾਈਲ ਕਰ ਦਿੱਤਾ, ਤੁਸੀਂ ਮਤਲਬ ਆਪਣਾ ਕੇਸ ਲੈ ਗਏ ਲੋਕ ਅਦਾਲਤ ਵਿੱਚ, ਫਿਰ ਤੁਸੀਂ ਹੋਰ ਕਿਸੇ ਕੋਰਟ ਵਿੱਚ ਨਹੀਂ ਜਾ ਸਕਦੇ ਹੋ। ਮੋਸਟ ਇੰਪੋਰਟੈਂਟ ਥਿੰਗ ਹੈ, ਤੁਸੀਂ ਕਿਹਾ ਕਿ ਨਹੀਂ ਅਸੀਂ ਨਹੀਂ ਕੋਰਟ ਕਚਹਿਰੀ ਦੇ ਚੱਕਰਾਂ 'ਚ ਪੈਣਾ, ਅਸੀਂ ਲੋਕ ਅਦਾਲਤ ਚੱਲਦੇ ਹਾਂ, ਉੱਥੇ ਛੇਤੀ ਨਾਲ ਕੇਸ ਸੋਲਵ ਹੋ ਜਾਂਦੇ ਨੇ, ਤੁਹਾਨੂੰ ਸਪੀਡੀ ਜਸਟਿਸ ਮਿਲ ਜਾਂਦੀ ਹੈ। ਪਰ ਤੁਸੀਂ ਜੇ ਹੁਣ ਲੋਕ ਅਦਾਲਤ ਚੱਲ ਗਏ, ਤੁਸੀਂ ਐ ਨਹੀਂ ਤੁਹਾਨੂੰ ਪਸੰਦ ਨਹੀਂ ਆਇਆ ਡਿਸੀਜ਼ਨ, ਤੁਸੀਂ ਹੁਣ ਕੋਰਟ ਵਿੱਚ ਚੱਲ ਜਾਓ, ਨਹੀਂ। ਵੰਸ ਯੂ ਫਾਈਲਡ ਕੇਸ ਇਨ ਲੋਕ ਅਦਾਲਤ ਯੂ ਕੈਨ ਨੋਟ ਅਪਰੋਚ ਐਨੀ ਅਦਰ ਕੋਰਟ। ਅਤੇ ਜ਼ਿਆਦਾਤਰ ਕੀ ਹੁੰਦਾ ਕਿ ਸੈਟਲਮੈਂਟ ਕਰਵਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਦੋਨੋਂ ਪਾਰਟੀਜ਼ ਕੋਲ ਦੀ ਕੋਈ ਸੈਟਲਮੈਂਟ 'ਤੇ ਆ ਜਾਣ। ਪਰ ਜੇ ਸੈਟਲਮੈਂਟ ਨਹੀਂ ਹੁੰਦੀ ਦੈਨ ਮੈਰਿਟ ਦੇ ਬੇਸ 'ਤੇ ਡਿਸੀਜ਼ਨ ਲਿਆ ਜਾਂਦਾ ਹੈ, ਅਤੇ ਜਿਹੜਾ ਡਿਸੀਜ਼ਨ ਆ ਫਾਈਨਲ ਆ, ਬਾਈਂਡਿੰਗ ਆ, ਕੋਈ ਅਪੀਲ ਨਹੀਂ ਹੋਏਗੀ। ਮੋਸਟ ਇੰਪੋਰਟੈਂਟ ਥਿੰਗ, ਲੋਕ ਅਦਾਲਤ ਵਿੱਚ ਤੁਸੀਂ ਇੱਕ ਵਾਰੀ ਗਏ, ਬਸ ਉਹੀ ਫਾਈਨਲ ਹੈ, ਜੋ ਡਿਸੀਜ਼ਨ ਲੈਣਗੇ ਉਹੀ ਫਾਈਨਲ ਹੈ। ਤੁਸੀਂ ਹੋਰ ਕਿਤੇ ਅਪੀਲ ਨਹੀਂ ਕਰ ਸਕਦੇ ਹੈਗੇ, ਕਿਸੇ ਕੋਰਟ ਵਿੱਚ ਨਹੀਂ ਜਾ ਸਕਦੇ ਹੈਗੇ। ਦੈਨ ਅਸੀਂ ਦੇਖਾਂਗੇ ਗ੍ਰਾਮ ਨਿਆਇਆਲਯਸ। ਗ੍ਰਾਮ ਨਿਆਇਆਲਯਸ ਵੀ ਕੀ ਹੈ, ਜਸਟਿਸ ਪ੍ਰੋਵਾਈਡ ਕਰਦੇ ਆ ਐਟ ਗ੍ਰਾਸ ਰੂਟ ਲੈਵਲ, ਰੂਰਲ ਏਰੀਆਜ਼ ਦੇ ਵਿੱਚ। ਕੀ ਕੀਤਾ ਜਾਂਦਾ ਹੈ ਕਿ ਜਿਹੜੀ ਇੰਟਰਮੀਡੀਏਟ ਲੈਵਲ 'ਤੇ ਪੰਚਾਇਤ ਹੁੰਦੀ ਹੈ, ਉਸ ਪੰਚਾਇਤ ਦੇ ਵਿੱਚ ਇੱਕ ਗ੍ਰਾਮ ਨਿਆਇਆਲਯ ਇਸਟੈਬਲਿਸ਼ ਕੀਤਾ ਜਾਵੇਗਾ, ਜਿਹਦੇ ਮਤਲਬ ਹੈੱਡ ਕੁਆਟਰਸ ਹੁੰਦੇ ਆ ਇੰਟਰਮੀਡੀਏਟ ਪੰਚਾਇਤ, ਮੇਨ ਉੱਥੇ ਹੈੱਡ ਕੁਆਟਰਸ ਹੁੰਦੇ ਆ। ਬਟ ਇਹਦਾ ਮਤਲਬ ਇਹ ਨਹੀਂ ਕਿ ਸਿਰਫ ਅਦਾਲਤ ਉੱਥੇ ਹੀ ਹੋਏਗੀ, ਯੂ ਵੁੱਡ ਗੋ ਦੇਅਰ, ਨਹੀਂ। ਉਹ ਇਹ ਅਦਾਲਤ ਕੀ ਹੈ, ਰਿਮੋਟ ਕੋਰਟ ਹੈ ਕਿ ਇਹ ਖੁਦ ਪਿੰਡ ਤੋਂ ਪਿੰਡ ਜਾਣਗੇ, ਉੱਥੇ ਜੋ ਲੋਕਾਂ ਦੇ ਡਿਸਪਿਊਟ ਇਕੱਠੇ ਹੋਏ ਨੇ ਸੋਲਵ ਕਰਨਗੇ। ਓਕੇ, ਕੋਰਟ ਟਰੈਵਲਸ ਟੂ ਵਿਲੇਜਿਸ। ਜਿਵੇਂ ਲੋਕ ਅਦਾਲਤ ਦੇ ਸਟੇਟ ਵਾਲੇ ਦੇ ਵਿੱਚ ਇੱਕ ਸੀਗਾ ਇਹ ਪੁਆਇੰਟ, ਮਤਲਬ ਲੋਕ ਅਦਾਲਤ ਦਾ ਵੀ ਇੱਕ ਟਾਈਪ ਹੈ, ਬਟ ਫੁੱਲ ਫਲੈਜ ਜਿਹੜੀ ਪਰਮਾਨੈਂਟ ਲੋਕ ਅਦਾਲਤ ਉਹ ਇੱਕ ਜਗ੍ਹਾ 'ਤੇ ਹੁੰਦੀ ਹੈ ਨਾ। ਪਰ ਜਿਹੜੇ ਗ੍ਰਾਮ ਨਿਆਇਆਲਯਸ ਹੈ, ਹੈੱਡ ਕੁਆਟਰ ਭਾਵੇਂ ਉਹਨਾਂ ਦਾ ਇੰਟਰਮੀਡੀਏਟ ਲੈਵਲ 'ਤੇ ਹੋਏਗਾ, ਬਟ ਉਹ ਵਿਲੇਜ ਟੂ ਵਿਲੇਜ ਟਰੈਵਲ ਕਰਨਗੇ। ਫਿਰ ਇਹਦੇ ਵਿੱਚ ਵੀ ਇੱਕ ਪ੍ਰੀਸਾਈਡਿੰਗ ਆਫਿਸਰ ਹੋਏਗਾ, ਮੀਨਸ ਚੇਅਰਮੈਨ, ਜਿਹਨਾਂ ਨੂੰ ਅਸੀਂ ਨਿਆਏ ਅਧਿਕਾਰੀ ਬੋਲਦੇ ਹਾਂ। ਇਹ ਨਿਆਏ ਅਧਿਕਾਰੀ ਹੋਣਗੇ ਜੁਡੀਸ਼ੀਅਲ ਮੈਜਿਸਟ੍ਰੇਟ ਆਫ ਦੀ ਫਸਟ ਕਲਾਸ। ਠੀਕ ਹੈ, ਜਿਨ੍ਹਾਂ ਨੂੰ ਕਿ ਸਟੇਟ ਗੌਰਮੈਂਟ ਅਪੋਇੰਟ ਕਰੇਗੀ ਇਨ ਕੰਸਲਟੇਸ਼ਨ ਵਿਦ ਦਾ ਹਾਈ ਕੋਰਟ। ਅਤੇ ਇੱਥੋਂ ਅਸੀਂ ਐਕਟਿਵ ਰੀਕੋਲ ਕਰੀਏ ਕਿਸੇ ਹੋਰ ਚੀਜ਼ ਨੂੰ, ਅਤੇ ਹਾਈ ਕੋਰਟ ਦੇ ਜੱਜਿਸ ਨੂੰ, ਡਿਸਟ੍ਰਿਕਟ ਕੋਰਟ ਦੇ ਜੱਜਿਸ ਨੂੰ ਗਵਰਨਰ ਅਪੋਇੰਟ ਕਰਦੇ ਨੇ ਸਟੇਟ ਗੌਰਮੈਂਟ ਨਾਲ ਕੰਸਲਟ ਕਰਕੇ, ਹਾਈ ਕੋਰਟ ਨਾਲ ਕੰਸਲਟ ਕਰਕੇ। ਫਿਰ ਤੋਂ ਕਰਦੇ ਹਾਂ, ਡਿਸਟ੍ਰਿਕਟ ਕੋਰਟ ਦੇ ਜਿਹੜੇ ਜੱਜ ਨੇ ਉਹਨਾਂ ਨੂੰ ਅਪੋਇੰਟ ਕਰਦੇ ਆ ਗਵਰਨਰ, ਅਤੇ ਹਾਈ ਕੋਰਟ ਨਾਲ ਕੰਸਲਟ ਕਰਦੇ ਆ। ਅਤੇ ਇੱਥੇ ਕੀ ਹੈ, ਗ੍ਰਾਮ ਨਿਆਇਆਲਯ ਵਿੱਚ ਗਵਰਨਰ ਨਹੀਂ ਅਪੋਇੰਟ ਕਰਨਗੇ, ਸਟੇਟ ਗੌਰਮੈਂਟ ਅਪੋਇੰਟ ਕਰੇਗੀ, ਬਟ
ऑफ कोर्स कंसल्ट करेगी हाई कोर्ट ने। ਇਹਦਾ ਮਤਲਬ ਹੈ ਕਿ ਜਿਹੜੇ ਸਟੇਟ ਲੈਵਲ ਤੇ ਡਿਸਟ੍ਰਿਕਟ ਲੈਵਲ ਤੇ ਜਿਹੜੇ ਮੇਨ ਜੁਡੀਸ਼ੀਅਲ ਅਪੋਇੰਟਮੈਂਟਸ ਹੁੰਦੀਆਂ ਵਾ ਮੇਨ ਜਿਹੜੀਆਂ ਉਹਨਾਂ ਵਿੱਚ ਹਾਈ ਕੋਰਟ ਨੂੰ ਕੰਸਲਟ ਕੀਤਾ ਹੀ ਜਾਂਦਾ। ਤੇ ਮੇਨ ਇੰਪੋਰਟੈਂਟ ਹੈ ਕਿ ਸਿਵਲ ਤੇ ਕ੍ਰਿਮੀਨਲ ਦੋਵੇਂ ਜੁਰਿਸਡਿਕਸ਼ਨਸ ਨੇ। ਇਹ ਚੀਜ਼ ਬਹੁਤ ਇੰਪੋਰਟੈਂਟ ਹੈ। ਸਿਵਲ ਕੇਸਿਸ ਵੀ ਦੇਖੇ ਜਾਂਦੇ ਆ ਤੇ ਕ੍ਰਿਮੀਨਲ ਵੀ ਦੇਖੇ ਜਾਂਦੇ ਆ। ਤੇ ਜ਼ਿਆਦਾਤਰ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਉਹੀ ਕੰਸੀਲੀਏਸ਼ਨ ਕਰਵਾਈ ਜਾਏ, ਸੇਮ ਜਿਵੇਂ ਲੋਕ ਅਦਾਲਤ ਵਿੱਚ ਹੁੰਦਾ ਹੈ, ਜੋ ਨਹੀਂ ਫਿਰ ਮੈਰਿਜ ਦਿੱਤੀ ਜਾਂਦੀ ਸੀ ਲੋਕ ਅਦਾਲਤ ਵਿੱਚ। ਬਟ ਇੱਥੇ ਕੀ ਹੈ ਕਿ ਜਿਹੜਾ ਕੋਰਟ ਹੈ ਟਰਾਈ ਕਰਦਾ ਕਿ ਡਿਸਪਿਊਟ ਕੰਸੀਲੀਏਸ਼ਨ ਨਾਲ ਸੋਲਵ ਹੋਏ ਅਤੇ ਉਹ ਬਾਕਾਇਦਾ ਇਹਦੇ ਲਈ ਉਹਨਾਂ ਨੇ ਕੰਸੀਲੀਏਟਰਸ ਵੀ ਅਪੋਇੰਟ ਕੀਤੇ ਹੁੰਦੇ ਆ। ਠੀਕ ਹੈ। ਗ੍ਰਾਮ ਨਿਆਂਯਾਲਿਆ ਵਿੱਚ ਮੇਨ ਜੁਡੀਸ਼ੀਅਲ ਮੈਜਿਸਟ੍ਰੇਟ ਹੁੰਦੇ ਆ ਫਸਟ ਕਲਾਸ ਦੇ ਜੋ ਬੈਠਦੇ। ਠੀਕ ਹੈ। ਮੇਨ ਜਿਹੜੇ ਡਿਸੀਜ਼ਨ ਦੇ ਲਈ ਜਿਹੜੇ ਜੱਜ ਬੈਠਦੇ ਆ। ਬਟ ਇੱਥੇ ਉਹਨਾਂ ਨੇ ਕੰਸੀਲੀਏਟਰਸ ਵੀ ਅਪੋਇੰਟ ਕੀਤੇ ਹੁੰਦੇ ਤਾਂ ਕਿ ਕੰਸੀਲੀਏਸ਼ਨ ਹੋ ਜਾਵੇ। ਅਤੇ ਇਹਨਾਂ ਦੇ ਜਿਹੜੇ ਵੀ ਡਿਸੀਜ਼ਨ ਹੈ ਇਟ ਇਜ਼ ਨੋਟ ਬਾਊਂਡ ਬਾਈ ਇੰਡੀਅਨ ਐਵੀਡੈਂਸ ਐਕਟ, ਜਸਟ ਇਟ ਇਜ਼ ਗਾਈਡਡ ਬਾਈ ਕਿ ਨੈਚੁਰਲ ਜਸਟਿਸ ਦੇ ਜਿਹੜੇ ਪ੍ਰਿੰਸੀਪਲ ਹੈ ਉਹਦੇ ਥਰੂ ਕੰਸੀਲੀਏਸ਼ਨ ਹੋ ਕੇ ਡਿਸੀਜ਼ਨ ਲਿਆ ਜਾਵੇ। ਅਤੇ ਵਨ ਮੋਰ ਇੰਪੋਰਟੈਂਟ ਥਿੰਗ, ਗ੍ਰਾਮ ਨਿਆਂਯਾਲਿਆ ਵਿੱਚ ਤੁਸੀਂ ਅਪੀਲ ਕਰ ਸਕਦੇ ਹੋ। ਕ੍ਰਿਮੀਨਲ ਕੇਸਿਸ ਦੇ ਲਈ ਤੁਸੀਂ ਅਪੀਲ ਕਰਨੀ ਹੋਏਗੀ ਤੁਸੀਂ ਆਫ ਕੋਰਸ ਸੈਸ਼ਨ ਕੋਰਟ ਜਾਓਗੇ ਜੋ ਬਣਿਆ ਇਹਦੇ ਲਈ ਕ੍ਰਿਮੀਨਲ ਕੇਸਿਸ ਦੇ ਲਈ। ਅਤੇ ਜੇਕਰ ਸਿਵਲ ਕੇਸਿਸ ਹੈ ਅਤੇ ਯੂ ਮਸਟ ਗੋ ਟੂ ਡਿਸਟ੍ਰਿਕਟ ਕੋਰਟ। ਅਤੇ ਕਹਿੰਦੇ ਕਿ ਆਫ ਕੋਰਸ ਸਾਡਾ ਮੇਨ ਕੀ ਹੈ ਕਿ ਸਪੀਡੀ ਜਸਟਿਸ ਹੋਏ, ਜਲਦੀ ਤੋਂ ਕੇਸ ਸੋਲਵ ਹੋਏ। ਸੋ ਕਿਹਾ ਗਿਆ ਕਿ 6 ਮੰਥ ਦੇ ਵਿਦਿਨ ਕੇਸ ਨੂੰ ਡਿਸਪੋਜ਼ ਕੀਤਾ ਜਾਣਾ ਚਾਹੀਦਾ ਵੈ। ਓਕੇ। ਸੋ ਲੋਕ ਅਦਾਲਤ ਕੀ ਸੀਗਾ? ਲੋਕ ਅਦਾਲਤ ਦਾ ਡਿਸੀਜ਼ਨ ਫਾਈਨਲ ਸੀਗਾ, ਤੁਸੀਂ ਕੋਈ ਅਪੀਲ ਨਹੀਂ ਸੀ ਕਰ ਸਕਦੇ। ਬਟ ਗ੍ਰਾਮ ਨਿਆਂਯਾਲਿਆ ਵਿੱਚ ਕੀ ਹੈ, ਡਿਸੀਜ਼ਨ ਦੇ ਅਗੇਂਸਟ ਅਪੀਲ ਕੀਤੀ ਜਾ ਸਕਦੀ ਹੈ। ਡਿਪੈਂਡ ਕਰਦਾ ਸਿਵਲ ਹੈ ਕਿ ਕ੍ਰਿਮੀਨਲ ਹੈ, ਉਸ ਹਿਸਾਬ ਨਾਲ ਤੁਸੀਂ ਕਿਹੜੇ ਕੋਰਟ ਵਿੱਚ ਜਾਓਗੇ। ਜਿਹੜੇ ਨਿਆਏ ਅਧਿਕਾਰੀਸ ਹੈ ਗ੍ਰਾਮ ਨਿਆਂਯਾਲਿਆ ਅਤੇ ਉਹਨਾਂ ਨੂੰ ਸੇਮ ਸੈਲਰੀ ਮਿਲੇਗੀ ਐਜ਼ ਫਸਟ ਕਲਾਸ ਜੁਡੀਸ਼ੀਅਲ ਮੈਜਿਸਟ੍ਰੇਟ। ਜਿਹੜੀ ਜੱਜਮੈਂਟਸ ਪ੍ਰੋਸੀਡਿੰਗਸ ਹੈਗੀਆਂ ਲੋਕਲ ਲੈਂਗੁਏਜ ਵਿੱਚ ਹੋਣਗੀਆਂ, ਵੈਰੀ ਇੰਪੋਰਟੈਂਟ, ਕਿਉਂਕਿ ਸੁਪਰੀਮ ਕੋਰਟ ਦੀ ਜਿਹੜੀ ਪ੍ਰੋਸੀਡਿੰਗਸ ਹੈ ਉਹ ਕਿਹ 'ਚ ਹੁੰਦੀ ਹੈ ਇਨ ਇੰਗਲਿਸ਼। ਹਾਈ ਕੋਰਟ ਦੀ ਵੀ ਕਿਹ 'ਚ ਹੁੰਦੀ ਹੈ ਇਨ ਇੰਗਲਿਸ਼। ਬਸ ਇਹ ਕਿ ਜਿਹੜੇ ਗਵਰਨਰ ਹੈ ਉਹ ਜੇਕਰ ਹੋਰ ਕੋਈ ਲੈਂਗੁਏਜ ਸਟੇਟ ਦੀ ਕੋਈ ਲੈਂਗੁਏਜ ਨੂੰ ਹਾਈ ਕੋਰਟ ਵਿੱਚ ਅਪਲਾਈ ਕਰਨਾ ਚਾਹੁਣ ਕਿ ਹਾਂ ਪ੍ਰੋਸੀਡਿੰਗਸ ਉਹ ਲੈਂਗੁਏਜ ਵਿੱਚ ਹੋਣ ਤਾਂ ਫਿਰ ਹੈ ਇੱਕ ਚੀਜ਼। ਬਟ ਜ਼ਿਆਦਾਤਰ ਕਿਹ 'ਚ ਹੁੰਦੀਆਂ ਨੇ ਇੰਗਲਿਸ਼ ਲੈਂਗੁਏਜ। ਅਤੇ ਬਟ ਗ੍ਰਾਮ ਨਿਆਂਯਾਲਿਆ ਦੀ ਹੋਏਗੀ ਲੋਕਲ ਸਟੇਟ ਲੈਂਗੁਏਜ। ਅਤੇ ਦੈਨ ਅਸੀਂ ਗੱਲ ਕਰਾਂਗੇ ਕਮਰਸ਼ੀਅਲ ਕੋਰਟਸ ਦੀ, ਜੋ ਕਿ ਸਪੈਸ਼ਲਾਈਜ਼ਡ ਕੋਰਟਸ ਹੁੰਦੇ ਆ ਕਮਰਸ਼ੀਅਲ ਡਿਸਪਿਊਟਸ ਨੂੰ ਸੋਲਵ ਕਰਨ ਦੇ ਲਈ। ਅਤੇ ਇਹਨੂੰ ਸਟੇਟ ਗੌਰਮੈਂਟ ਸੈਟਅਪ ਕਰਦੀ ਹੈ ਐਟ ਡਿਸਟ੍ਰਿਕਟ ਲੈਵਲ ਫੋਰ ਡਿਸਪਿਊਟ ਅਬਵ 3 ਲੱਖ। ਜੇਕਰ 3 ਲੱਖ ਤੋਂ ਜ਼ਿਆਦਾ ਦਾ ਕੋਈ ਕਮਰਸ਼ੀਅਲ ਡਿਸਪਿਊਟ ਹੈ ਤੁਸੀਂ ਜਾਓਗੇ ਕਮਰਸ਼ੀਅਲ ਕੋਰਟ, ਜੋ ਕਿ ਡਿਸਟ੍ਰਿਕਟ ਵਿੱਚ ਹੀ ਡਿਸਟ੍ਰਿਕਟ ਲੈਵਲ 'ਤੇ ਹੀ ਇਸ ਨੂੰ ਕੰਸਟੀਟਿਊਟ ਕੀਤਾ ਜਾਂਦਾ। ਫਿਰ ਪਹਿਲੇ ਨੇ ਕਮਰਸ਼ੀਅਲ ਕੋਰਟ, ਫਿਰ ਦੂਸਰੇ ਕਮਰਸ਼ੀਅਲ ਅਪੀਲੇਟ ਕੋਰਟ ਵੀ ਨੇ। ਜੇਕਰ ਤੁਸੀਂ ਅਪੀਲ ਕਰਨਾ ਚਾਹੁੰਦੇ ਹੋ ਪਹਿਲੇ ਜਾਓਗੇ ਕਮਰਸ਼ੀਅਲ ਕੋਰਟ। ਕਮਰਸ਼ੀਅਲ ਕੋਰਟ ਦੇ ਡਿਸੀਜ਼ਨ ਦੇ ਅਗੇਂਸਟ ਤੁਸੀਂ ਕਮਰਸ਼ੀਅਲ ਅਪੀਲੇਟ ਕੋਰਟ ਵਿੱਚ ਅਪੀਲ ਕਰ ਸਕਦੇ ਹੋ, ਜੋ ਕਿ ਬਣਾਇਆ ਗਿਆ ਹੈ ਡਿਸਟ੍ਰਿਕਟ ਜੱਜ ਦੇ ਲੈਵਲ 'ਤੇ ਕਮਰਸ਼ੀਅਲ ਅਪੀਲੇਟ ਕੋਰਟ। ਫਿਰ ਹਾਈ ਕੋਰਟ, ਫਿਰ ਮਤਲਬ ਹਾਈ ਕੋਰਟਸ ਦੀ ਵੀ ਇੱਕ ਸਪੈਸ਼ਲ ਕਮਰਸ਼ੀਅਲ ਡਿਵੀਜ਼ਨ ਹੈ ਜਿਹਦੇ ਵਿੱਚ ਕਿ ਉਹ ਕੇਸਿਸ ਦੇਖਦੇ ਨੇ ਜੋ ਕਿ ਡਾਇਰੈਕਟਲੀ ਹਾਈ ਕੋਰਟ ਆਏ ਹੋਣ। ਹਾਈ ਕੋਰਟ ਦੀ ਓਰੀਜਨਲ ਜੁਰਿਸਡਿਕਸ਼ਨ ਦੇ ਅੰਡਰ ਹਾਈ ਕੋਰਟ ਆਏ ਹੋਣ ਅਤੇ ਕਮਰਸ਼ੀਅਲ ਡਿਵੀਜ਼ਨ ਹੈ, ਫਿਰ ਕਮਰਸ਼ੀਅਲ ਅਪੀਲੇਟ ਡਿਵੀਜ਼ਨ ਸੇਮ। ਦੈਨ ਨੈਕਸਟ ਦੇਖਾਂਗੇ ਟ੍ਰਿਬਿਊਨਲਸ ਇਨ ਇੰਡੀਆ। ਇਹ ਜੁਡੀਸ਼ੀਅਲ ਜਾਂ ਕੁਆਜ਼ੀ ਜੁਡੀਸ਼ੀਅਲ ਬੋਡੀਜ਼ ਹੈ ਜੋ ਕਿ ਇੱਕ ਸਬਜੈਕਟ ਸਪੈਸੀਫਿਕ ਮੈਟਰ ਦੇ ਲਈ ਬਣਾਈ ਜਾਂਦੀ ਹੈਗੀ ਹੈ। ਅਸੀਂ ਡਿਟੇਲ ਵਿੱਚ ਦੇਖਦੇ ਹਾਂ, ਦੈਨ ਯੂ ਵਿਲ ਅੰਡਰਸਟੈਂਡ। ਫਸਟ ਆਫ ਆਲ ਕਿ ਇਹ ਬਣਾਈ ਕਿਸ ਤਰ੍ਹਾਂ ਗਈ। 42nd ਕੌਂਸਟੀਟਿਊਸ਼ਨਲ ਅਮੈਂਡਮੈਂਟ ਹੋਈ ਸੀ 1976 ਦੇ ਵਿੱਚ। ਪਾਰਟ 14A ਦੇ ਵਿੱਚ ਟ੍ਰਿਬਿਊਨਲਸ ਲਿਆਂਦੇ ਗਏ। ਪਾਰਟ 14 ਦੇ ਵਿੱਚ 2 ਆਰਟੀਕਲਸ ਐਡ ਕਰਕੇ 323A 323B। 323
ए डील करती है विद एडमिनिस्ट्रेटिव ट्रिब्यूनल्स। 322 है ਜਿਹੜੇ ਐਡਮਿਨਿਸਟ੍ਰੇਟਿਵ ਮੈਟਰਸ ਨੂੰ ਛੱਡ ਕੇ ਹੋਰ ਜਿਹੜੇ ਮੈਟਰਸ ਨੇ ਜਿਵੇਂ ਟੈਕਸੇਸ਼ਨ ਹੋ ਗਿਆ। ਦੋਵਾਂ 'ਚ ਅਸੀਂ ਦੇਖ ਲੈਂਦੇ ਹਾਂ ਕਿ ਡਿਫਰੈਂਸ ਹੈ ਦੋਨਾਂ ਟਾਈਪ ਦੇ ਟ੍ਰਿਬਿਊਨਲ ਦੇ ਵਿੱਚ। ਸਪੈਸ਼ਲੀ ਆਰਟੀਕਲ 323A ਪਬਲਿਕ ਸਰਵਿਸਿਜ਼ ਦੇ ਵਿੱਚ ਜਿਹੜੇ ਡਿਸਪਿਊਟ ਹੈ ਉਸ ਲਈ ਬਣਾਇਆ ਗਿਆ ਵਾ। ਅਤੇ 323A ਵਾਲੇ ਜਿਹੜੇ ਐਡਮਿਨਿਸਟ੍ਰੇਟਿਵ ਟ੍ਰਿਬਿਊਨਲ ਹੈ ਉਹਨਾਂ ਨੂੰ ਸਿਰਫ ਪਾਰਲੀਮੈਂਟ ਹੀ ਕ੍ਰੀਏਟ ਕਰ ਸਕਦਾ ਵਾ, ਜਦ ਕਿ ਦੂਸਰੇ ਟ੍ਰਿਬਿਊਨਲਸ ਨੂੰ ਸਟੇਟ ਵੀ ਕਰ ਸਕਦਾ ਅਤੇ ਪਾਰਲੀਮੈਂਟ ਵੀ ਕਰ ਸਕਦਾ। ਮੀਨ ਸੈਂਟਰਲ ਲੈਵਲ 'ਤੇ ਵੀ ਹੋਣਗੇ, ਸਟੇਟ ਲੈਵਲ 'ਤੇ ਵੀ ਹੋ ਸਕਦੇ ਆ। ਅਤੇ ਇੱਥੇ ਕੋਈ ਹਾਇਰਾਰਕੀ ਨਹੀਂ ਹੋਏਗੀ ਟ੍ਰਿਬਿਊਨਲਸ ਦੀ, ਕਿਉਂਕਿ ਜਸਟ ਵਨ ਲੈਵਲ 'ਤੇ ਹੈ ਨਾ, ਸੈਂਟਰਲ ਲੈਵਲ 'ਤੇ ਪਾਰਲੀਮੈਂਟ ਬਣਾਏਗੀ। 323B ਦੇ ਵਿੱਚ ਹਾਇਰਾਰਕੀ ਸਟੈਬਲਿਸ਼ ਕੀਤੀ ਜਾ ਸਕਦੀ ਹੈ। ਫਿਰ ਕੁਛ ਫੀਚਰਸ ਦੇਖਦੇ ਹਾਂ ਕਿ ਅਸੀਂ ਕਿਹਾ ਕਿ ਜਿਹੜੇ ਟ੍ਰਿਬਿਊਨਲਸ ਹੈ ਉਹ ਕਿਸੇ ਸਪੈਸੀਫਿਕ ਸਬਜੈਕਟ ਮੈਟਰ ਦੇ ਲਈ ਬਣਾਏ ਜਾਂਦੇ ਆ, ਕਿ ਜਿਵੇਂ ਟੈਕਸੇਸ਼ਨ ਲਈ ਅਲੱਗ ਟ੍ਰਿਬਿਊਨਲ ਹੋਏਗਾ, ਜਿਵੇਂ ਰਿਵਰ ਡਿਸਪਿਊਟਸ ਦੇ ਲਈ ਇੱਕ ਟ੍ਰਿਬਿਊਨਲ ਬਣਾਇਆ ਜਾਵੇਗਾ, ਇਸ ਤਰ੍ਹਾਂ ਨਾਲ। ਸੋ ਸਪੈਸ਼ਲਾਈਜ਼ਡ ਨੌਲੇਜ ਵਾਲੇ ਪਰਸਨ ਹੋਣਗੇ। ਮੋਸਟ ਇੰਪੋਰਟੈਂਟ ਥਿੰਗ ਕਿ ਸਿਵਲ ਪ੍ਰੋਸੀਜਰ ਕੋਡ ਦੇ ਨਾਲ ਬਾਉਂਡ ਨਹੀਂ ਹੈਗੇ, ਫੋਲੋ ਕਰਨਗੇ ਨੈਚੁਰਲ ਜਸਟਿਸ ਅਤੇ ਫਾਸਟਰ ਰੈਜ਼ੋਲਿਊਸ਼ਨ ਦੇ ਲਈ ਹੈਗਾ ਵਾ। ਮੋਸਟ ਇੰਪੋਰਟੈਂਟ ਪੁਆਇੰਟ ਕਿ ਤੁਸੀਂ ਅਪੀਲ ਕਿੱਥੇ ਕਰ ਸਕਦੇ ਹੋ। ਫਸਟ ਆਫ ਆਲ ਕਿ ਤੁਸੀਂ ਅਪੀਲ ਕਰ ਸਕਦੇ ਹੋ, ਯੈਸ, ਲੋਕ ਅਦਾਲਤ ਵਿੱਚ ਨਹੀਂ ਸੀ ਕਰ ਸਕਦੇ, ਗ੍ਰਾਮ ਨਿਆਲਿਆ ਵਿੱਚ ਕਰ ਸਕਦੇ ਆ, ਟ੍ਰਿਬਿਊਨਲ ਵਿੱਚ ਵੀ ਕਰ ਸਕਦੇ ਆ, ਪਰ ਕਿੱਥੇ ਕਰੋਗੇ ਤੁਸੀਂ ਅਪੀਲ? ਟੂ ਦੀ ਹਾਈ ਕੋਰਟ, ਨੋਟ ਟੂ ਸੁਪਰੀਮ ਕੋਰਟ ਔਰ ਡਿਸਟ੍ਰਿਕਟ ਕੋਰਟ। ਤੁਸੀਂ ਹਾਈ ਕੋਰਟ 'ਤੇ ਅਪੀਲ ਕਰੋਗੇ ਟ੍ਰਿਬਿਊਨਲ ਦੇ ਡਿਸੀਜ਼ਨ ਦੇ ਅਗੇਂਸਟ। ਜਿਵੇਂ ਅਸੀਂ ਪਹਿਲਾਂ ਥੋੜ੍ਹਾ ਡਿਟੇਲ ਪੜ੍ਹਦੇ ਹਾਂ। ਐਡਮਿਨਿਸਟ੍ਰੇਟਿਵ ਟ੍ਰਿਬਿਊਨਲ ਜੋ ਆਰਟੀਕਲ 323A ਦੇ ਅੰਡਰ ਹੈ। ਜਿਵੇਂ ਅਸੀਂ ਕਿਹਾ ਕਿ ਪਾਰਲੀਮੈਂਟ ਬਣਾ ਸਕਦਾ, ਸੋ ਪਾਰਲੀਮੈਂਟ ਨੇ ਬਣਾਇਆ ਇਨ 1985 ਪਾਰਲੀਮੈਂਟ ਇੱਕ ਐਕਟ ਲੈ ਕੇ ਆਇਆ ਅਤੇ ਉਸ ਐਕਟ ਦੇ ਅੰਡਰ ਸੈਂਟਰਲ ਐਡਮਿਨਿਸਟ੍ਰੇਟਿਵ ਟ੍ਰਿਬਿਊਨਲ ਬਣਾਇਆ ਗਿਆ। ਠੀਕ ਹੈ, ਸੈਂਟਰਲ ਐਡਮਿਨਿਸਟ੍ਰੇਟਿਵ ਟ੍ਰਿਬਿਊਨਲ ਜਿਹਦਾ ਪ੍ਰਿੰਸੀਪਲ ਬੈਂਚ ਹੈ ਇਨ ਦਿੱਲੀ, ਅਤੇ ਨਾਲ ਕੁਛ ਹੋਰ ਵੀ ਐਡੀਸ਼ਨਲ ਬੈਂਚਿਸ ਨੇ ਵੇਰੀਅਸ ਜਗ੍ਹਾਵਾਂ 'ਤੇ। ਅਤੇ ਇਹ ਕਿਹਨੂੰ ਕਵਰ ਕਰੇਗਾ? ਸੈਂਟਰਲ ਐਡਮਿਨਿਸਟ੍ਰੇਟਿਵ ਟ੍ਰਿਬਿਊਨਲ। ਫਸਟ, 올 ਇੰਡੀਆ ਸਰਵਿਸਿਜ਼ ਦੇ ਰਿਗਾਰਡਿੰਗ ਕੋਈ ਡਿਸਪਿਊਟ ਹੈ, ਸੈਂਟਰਲ ਸਿਵਲ ਸਰਵਿਸਿਜ਼, ਸਿਵਿਲੀਅਨ ਇੰਪਲੋਈ ਆਫ ਡਿਫੈਂਸ ਸਰਵਿਸਿਜ਼। ਮੇਨ ਚੀਜ਼ ਇਹ ਹੈ ਕਿ ਦੇਖੋ ਜਿਹੜਾ ਫਸਟ ਵਾਲਾ ਸੀਗਾ ਉਹ ਦੇਖਦਾ ਐਡਮਿਨਿਸਟ੍ਰੇਟਿਵ ਮੈਟਰਸ, ਠੀਕ ਹੈ। ਅਤੇ ਇਸ ਕਰਕੇ ਜਿਹੜਾ ਉਹ ਬਣਾਉਣਗੇ ਪਾਰਲੀਮੈਂਟ, ਉਹਨਾਂ ਨੇ ਕੀ ਕੀਤਾ, ਇੱਕ ਫੁੱਲ ਫਲੈਜ ਹੀ ਬਣਾ ਦਿੱਤਾ ਸੈਂਟਰਲ ਐਡਮਿਨਿਸਟ੍ਰੇਟਿਵ ਟ੍ਰਿਬਿਊਨਲ, ਜੋ ਕਿ ਸਾਰੇ ਕੇਸਿਸ ਨੂੰ ਦੇਖੇਗਾ। ਬਸ ਇਹ 'ਚ ਕੁਛ ਐਕਸੈਪਸ਼ਨ ਵੀ ਹੈਗੀਆਂ, ਜਿਵੇਂ ਡਿਫੈਂਸ ਫੋਰਸਿਸ ਦੇ ਮੈਂਬਰਸ ਦਾ ਕੋਈ ਡਿਸਪਿਊਟ ਹੈ, ਸੁਪਰੀਮ ਕੋਰਟ ਦੇ ਆਫਿਸਰਸ ਅਤੇ ਪਾਰਲੀਮੈਂਟ ਦਾ ਸੈਕਰੇਟਰੀਅਲ ਸਟਾਫ। ਇਹ ਤਿੰਨ ਚੀਜ਼ਾਂ ਯਾਦ ਰੱਖਣੀਆਂ। ਇਹ 3 ਕਲਾਸ ਆਫ ਪਰਸਨ ਸੈਂਟਰਲ ਐਡਮਿਨਿਸਟ੍ਰੇਸ਼ਨ ਟ੍ਰਿਬਿਊਨਲ ਦੇ ਅੰਡਰ ਕਵਰ ਨਹੀਂ ਹੁੰਦੇ ਆ। ਕਿਹੜੇ? ਡਿਫੈਂਸ ਫੋਰਸਿਸ ਦੇ ਮੈਂਬਰ, ਸੁਪਰੀਮ ਕੋਰਟ ਦੇ ਆਫਿਸਰਸ ਅਤੇ ਪਾਰਲੀਮੈਂਟ ਦੇ ਸੈਕਰੇਟਰੀਅਲ ਸਟਾਫ। ਦੈਨ ਇਹ ਜਿਹੜਾ ਸੈਂਟਰਲ ਐਡਮਿਨਿਸਟ੍ਰੇਟਿਵ ਟ੍ਰਿਬਿਊਨਲ ਹੈ, ਇਹ ਇੱਕ ਮਲਟੀ ਮੈਂਬਰ ਬੋਡੀ ਹੈ। ਉਹ ਵੀ ਕਿੰਨੇ ਮੈਂਬਰਸ? ਇਹਦੇ ਵਿੱਚ ਟੋਟਲ 69 ਮੈਂਬਰਸ ਹੋਣਗੇ, ਜਿਹਦੇ ਵਿੱਚ 34 ਜੁਡੀਸ਼ੀਅਲ ਮੈਂਬਰਸ ਹੈ, 35 ਐਡਮਿਨਿਸਟ੍ਰੇਟਿਵ ਮੈਂਬਰਸ ਹੈ। ਐਂਡ ਇਹ ਮੈਂਬਰਸ ਨੂੰ ਪ੍ਰੈਜ਼ੀਡੈਂਟ ਅਪੋਇੰਟ ਕਰੇਗਾ ਬੇਸਡ ਔਨ ਦੀ ਰੈਕਮੈਂਡੇਸ਼ਨ। ਇੱਕ ਸੁਪਰੀਮ ਕੋਰਟ ਦੇ ਜੱਜ ਦੀ ਪ੍ਰੈਜ਼ੀਡੈਂਸੀ ਵਿੱਚ ਕਮੇਟੀ ਬਣਾਈ ਜਾਏਗੀ, ਉਹ ਕਮੇਟੀ ਰੈਕਮੈਂਡੇਸ਼ਨ ਦੇਗੀ, ਜਿਹਨੂੰ ਕਿ ਅਪੋਇੰਟਮੈਂਟ ਕਮੇਟੀ ਆਫ ਦਾ ਕੈਬਨਿਟ ਅਪਰੂਵ ਕਰੇਗੀ ਰੈਕਮੈਂਡੇਸ਼ਨਸ। ਠੀਕ ਹੈ, ਅਤੇ ਉਹੀ ਹੈ ਕਿ ਜਿਹੜੇ ਮੇਨ ਚੇਅਰਮੈਨ ਹੋਣਗੇ ਉਹਨਾਂ ਦੇ ਟਰਮ 5 ਈਅਰ ਹੋਏਗੀ ਜਾਂ 65 ਈਅਰ ਏਜ, ਬਾਕੀ ਮੈਂਬਰਸ ਦੇ 62 ਜਾਂ 5 ਈਅਰ ਦਾ ਉਹਨਾਂ ਦਾ ਟਾਈਮ ਪੀਰੀਅਡ ਸਰਵ ਕਰਨ ਦਾ। ਫਿਰ ਸਟਾਰਟਿੰਗ ਵਿੱਚ ਕੀ ਸੀਗਾ ਕਿ ਤੁਸੀਂ ਜਸਟ ਸੁਪਰੀਮ ਕੋਰਟ ਵਿੱਚ ਹੀ ਅਪੀਲ ਕਰ ਸਕਦੇ ਹੋ, ਬਟ ਐਲ ਚੰਦਰ ਕੇਸ 1997 ਵਿੱਚ ਆਇਆ ਕਿ ਤੁਸੀਂ ਹਾਈ ਕੋਰਟ ਵਿੱਚ ਵੀ ਇਹਦੀ ਅਪੀਲ ਕਰ ਸਕਦੇ ਹੋ। ਮਤਲਬ ਪਹਿਲਾਂ ਤੁਸੀਂ ਹਾਈ ਕੋਰਟ ਹੀ ਜਾਓਗੇ, ਫਿਰ ਹੀ ਸੁਪਰੀਮ ਕੋਰਟ ਜਾਓਗੇ। ਦੈਨ ਪੜ੍ਹਾਂਗੇ ਸਟੇਟ ਐਡਮਿਨਿਸਟ੍ਰੇਟਿਵ ਟ੍ਰਿਬਿਊਨਲ।
जो कि स्टेट गौरमेंट की रिक्वेस्ट से बनाया गया अंडर द एडमिनिस्ट्रेटिव ट्रिब्यूनल एक्ट 1985। मीनस ਉਹੀ ਐਕਟ ਜਿਹਦੇ ਨਾਲ ਕਿ ਸੈਂਟਰਲ ਐਡਮਿਨਿਸਟ੍ਰੇਟਿਵ ਟ੍ਰਿਬਿਊਨਲ ਬਣਾਇਆ ਗਿਆ ਵਾ ਸਟੇਟ ਗੌਰਮੈਂਟ ਦੀ ਰਿਕੁਐਸਟ ਕਰਨ ਦੇ ਇੱਕ ਸਟੇਟ ਲੈਵਲ 'ਤੇ ਵੀ ਬਣਾਇਆ ਗਿਆ ਕਿਉਂਕਿ ਅਸੀਂ ਕੀ ਕਿਹਾ ਕਿ ਜਿਹੜੀ 323 ਦੇ ਵਿੱਚ ਜਿਹੜੇ ਐਡਮਿਨਿਸਟ੍ਰੇਟਿਵ ਟ੍ਰਿਬਿਊਨਲਸ ਹੋਣਗੇ ਉਹ ਟ੍ਰਿਬਿਊਨਲਸ ਸਿਰਫ ਸੈਂਟਰਲ ਗੌਰਮੈਂਟ ਹੀ ਬਣਾ ਸਕਦੇ ਆ ਸੋ ਸਟੇਟ ਗੌਰਮੈਂਟਸ 'ਤੇ ਰਿਕੁਐਸਟ ਕਰਨ ਦੇ ਕਿ ਸਾਨੂੰ ਇੱਕ ਸਟੇਟ ਲੈਵਲ 'ਤੇ ਵੀ ਬਣਾ ਕੇ ਦੇਵੋ ਜੋ ਕਿ ਅਸੀਂ ਐਡਮਿਨਿਸਟ੍ਰੇਟਿਵ ਮਾਮਲੇ ਨਾਲ ਦੇਖੀਏ ਅਤੇ ਸੈਂਟਰਲ ਗੌਰਮੈਂਟ ਨੂੰ ਰਿਕੁਐਸਟ ਕਰਨ 'ਤੇ ਸੈਂਟਰਲ ਗੌਰਮੈਂਟ ਨੇ ਜਿਹੜਾ ਐਕਟ ਬਣਾਇਆ ਸੀ ਇਨੈਕਟ ਕੀਤਾ ਉਸ ਐਕਟ ਦੇ ਅਕੋਰਡਿੰਗ ਸੈਂਟਰਲ ਲੈਵਲ 'ਤੇ ਵੀ ਲਿਆਂਦਾ ਅਤੇ ਸਟੇਟ ਲੈਵਲ 'ਤੇ ਵੀ ਲਿਆਂਦਾ ਅਤੇ ਇਹ ਸਟੇਟ ਗੌਰਮੈਂਟ ਇੰਪਲੋਇਜ਼ ਦੀ ਰਿਕਰੂਟਮੈਂਟ ਅਤੇ ਸਰਵਿਸ ਮੈਟਰ ਨਾਲ ਡੀਲ ਕਰਦੇ ਨੇ ਚੇਅਰਮੈਨ ਅਤੇ ਮੈਂਬਰ ਅਪੋਇੰਟ ਹੋਣਗੇ ਬਾਈ ਪ੍ਰੈਜ਼ੀਡੈਂਟ ਆਫਟਰ ਕੰਸਲਟਿੰਗ ਦੀ ਸਟੇਟ ਗਵਰਨਰ ਸੇਮ ਜਿਵੇਂ ਸੈਂਟਰਲ ਐਡਮਿਨਿਸਟ੍ਰੇਟਿਵ ਟ੍ਰਿਬਿਊਨਲ ਸੀਗਾ ਕਿ ਪ੍ਰੈਜ਼ੀਡੈਂਟ ਅਪੋਇੰਟ ਕਰਨਗੇ ਸੇਮ ਸਟੇਟ ਵਾਲੇ ਵਿੱਚ ਵੀ ਪ੍ਰੈਜ਼ੀਡੈਂਟ ਹੀ ਅਪੋਇੰਟ ਕਰਨਗੇ ਬਸ ਗਵਰਨਰ ਨਾਲ ਕੰਸਲਟ ਕਰ ਲੈਣਗੇ ਕਿਉਂਕਿ ਟ੍ਰਿਬਿਊਨਲਸ ਵੀ ਇੱਕ ਕੌਨਸਟੀਟਿਊਸ਼ਨਲ ਬੋਡੀ ਹੀ ਹੋਗੀ ਮੀਨਸ ਜਿਹੜੇ ਅਸੀਂ ਬਣਾਉਂਦੇ ਆ ਟ੍ਰਿਬਿਊਨਲਸ ਉਹ ਤਾਂ ਨਹੀਂ ਬਾਅਦ ਬਟ ਇਹ ਜਿਵੇਂ ਇਹਨਾਂ ਨੂੰ ਐਡ ਕੀਤਾ ਗਿਆ 323A 323B ਸੋ ਜਿਹੜੀ ਕੌਨਸਟੀਟਿਊਸ਼ਨ ਦੇ ਵਿੱਚ ਐਡ ਹੈ ਉਹਨਾਂ ਨੂੰ ਪ੍ਰੈਜ਼ੀਡੈਂਟ ਹੀ ਅਪੋਇੰਟ ਕਰਦੇ ਨੇ ਮੋਸਟਲੀ ਫਿਰ ਇਹ ਕੁਛ ਸਟੇਟਸ ਹੈ ਜਿਨ੍ਹਾਂ ਦੇ ਵਿੱਚ ਸਟੇਟ ਐਡਮਿਨਿਸਟ੍ਰੇਟਿਵ ਟ੍ਰਿਬਿਊਨਲ ਹੈਗਾ ਕਈਆਂ ਨੇ ਅਬੋਲਿਸ਼ ਕਰ ਦਿੱਤਾ ਹੈ ਫਿਰ ਇੱਕ ਜੁਆਇੰਟ ਐਡਮਿਨਿਸਟ੍ਰੇਟਿਵ ਟ੍ਰਿਬਿਊਨਲ ਵੀ ਹੋ ਸਕਦਾ ਹੈ ਜਿਹਦੇ ਵਿੱਚ ਕਿ 2 ਜਾਂ 2 ਤੋਂ ਵੱਧ ਸਟੇਟ ਇਕੱਠੇ ਮਿਲ ਕੇ ਬਣਾ ਲੈਣ ਅਤੇ ਸੇਮ ਉਹੀ ਚੇਅਰਮੈਨ ਅਪੋਇੰਟ ਕੀਤੇ ਜਾਣਗੇ ਪ੍ਰੈਜ਼ੀਡੈਂਟ ਦੇ ਵੱਲੋਂ ਕੰਸਲਟ ਕਰਕੇ ਜਿਹੜੇ ਵੀ ਸਟੇਟਸ ਨੇ ਉਹਨਾਂ ਸਾਰਿਆਂ ਦੇ ਗਵਰਨਰਸ ਇਹ ਹੋਈ ਐਡਮਿਨਿਸਟ੍ਰੇਟਿਵ ਟ੍ਰਿਬਿਊਨਲਸ ਫਿਰ ਹੈਗਾ ਟ੍ਰਿਬਿਊਨਲਸ ਫॉर ਅਦਰ ਮੈਟਰਸ ਆਰਟੀਕਲ 323B ਵਿੱਚ ਹੈਗਾ ਬਹੁਤ ਪਾਰਲੀਮੈਂਟ ਅਤੇ ਸਟੇਟ ਲੈਜਿਸਲੇਚਰ ਬਣਾ ਸਕਦੇ ਨੇ ਜਿਵੇਂ ਟੈਕਸੇਸ਼ਨ ਫੋਰਨ ਐਕਸਚੇਂਜ ਦਾ ਕੋਈ ਮਾਮਲਾ ਇੰਪੋਰਟ ਐਕਸਪੋਰਟ ਦਾ ਕੋਈ ਡਿਸਪਿਊਟ ਹੈ ਲੈਂਡ ਰਿਫੋਰਮਸ ਹੈ ਕੋਈ ਇੰਡਸਟਰੀਅਲ ਲੇਬਰ ਡਿਸਪਿਊਟ ਹੈ ਠੀਕ ਹੈ ਕੋਈ ਇਲੈਕਸ਼ਨ ਦੇ ਰਿਲੇਟਿਡ ਡਿਸਪਿਊਟ ਹੈ ਜਿਵੇਂ ਕੌਨਸਟੀਟਿਊਸ਼ਨ 'ਚ ਕਿਹਾ ਗਿਆ ਕਿ ਤੁਸੀਂ ਇਲੈਕਸ਼ਨ ਰਿਲੇਟਿਡ ਡਿਸਪਿਊਟ ਦੇ ਲਈ ਇੱਕ ਅਲੱਗ ਟ੍ਰਿਬਿਊਨਲ ਬਣਾਓ ਜੋ ਕਿ ਪਾਰਲੀਮੈਂਟ ਨੇ ਅੱਜ ਤੱਕ ਬਣਾਇਆ ਨਹੀਂ ਹੈ ਵੈਸੇ ਬਟ ਉਹਨਾਂ ਨੇ ਕਿਹਾ ਕਿ ਹਾਂ ਤੁਸੀਂ ਬਣਾ ਕੇ ਵੀ ਕਰ ਸਕਦੇ ਹੋ ਅਸੀਂ ਕੁਛ ਕੰਪੈਰੀਜ਼ਨ ਕਰ ਲੈਂਦੇ ਹਾਂ ਕੋਰਟ ਆਫ ਲਾਅ ਵਿੱਚ ਅਤੇ ਟ੍ਰਿਬਿਊਨਲ ਦੇ ਵਿੱਚ ਕਿ ਤੁਸੀਂ ਆਪਣੇ ਮਾਮਲੇ ਸੁਲਝਾਉਣ ਦੇ ਲਈ ਕੋਰਟ ਵਿੱਚ ਜਾਂਦੇ ਹੋ ਜਾਂ ਟ੍ਰਿਬਿਊਨਲ ਵਿੱਚ ਜਾਂਦੇ ਹੋ ਤਾਂ ਕੀ ਤੁਹਾਨੂੰ ਡਿਫਰੈਂਸ ਦੇਖਣ ਨੂੰ ਮਿਲਦਾ ਕੋਰਟ ਸਾਨੂੰ ਪਤਾ ਇੱਕ ਟ੍ਰੈਡੀਸ਼ਨਲ ਜੁਡੀਸ਼ੀਅਲ ਸਿਸਟਮ ਦਾ ਪਾਰਟ ਹੈ ਜੋ ਬੜੇ ਟਾਈਮ ਤੋਂ ਚੱਲਦਾ ਆ ਰਿਹਾ ਜਿਹੜੇ ਟ੍ਰਿਬਿਊਨਲਸ ਨੇ ਇੱਕ ਸਟੈਚੂਰੀ ਏਜੰਸੀ ਹੈ ਪਾਰਲੀਮੈਂਟ ਨੇ ਐਕਟ ਦੇ ਨਾਲ ਬਣਾਇਆ ਹੋਇਆ ਅਤੇ ਇਹਦੇ ਵਿੱਚ ਕੀ ਹੈ ਇਹ ਮਤਲਬ ਸੁਪਰੀਮ ਕੋਰਟ ਹਾਈ ਕੋਰਟ ਜਿਵੇਂ ਹੈ ਜੱਜਿਸ ਜਿਹੜੇ ਉਹ ਇੰਡੀਪੈਂਡੈਂਟ ਹੁੰਦੇ ਆਫ ਦਾ ਐਗਜ਼ੀਕਿਊਟਿਵ ਬਟ ਟ੍ਰਿਬਿਊਨਲ ਵਿੱਚ ਕੀ ਹੁੰਦਾ ਅਸੀਂ ਕੀ ਕਿਹਾ ਕੌਣ ਅਪੋਇੰਟ ਕਰਦਾ ਪ੍ਰੈਜ਼ੀਡੈਂਟ ਕਰਦੇ ਆ ਮੇਨ ਅਪੋਇੰਟ ਅਤੇ ਮਤਲਬ ਉਹਨਾਂ ਦਾ ਕਿਤੇ ਨਾ ਕਿਤੇ ਐਗਜ਼ੀਕਿਊਟਿਵ ਦਾ ਕੰਟਰੋਲ ਰਹਿੰਦਾ ਭਾਵੇਂ ਹਾਈ ਕੋਰਟ ਸੁਪਰੀਮ ਕੋਰਟ ਦੇ ਵੀ ਪ੍ਰੈਜ਼ੀਡੈਂਟ ਕਰਦੇ ਬਟ ਕੋਲੀਜੀਅਮ ਨਾਲ ਕੰਸਲਟ ਕਰਕੇ ਕੋਲੀਜੀਅਮ ਦਾ ਬਹੁਤ ਵੱਡਾ ਰੋਲ ਰਹਿੰਦਾ ਬਟ ਇੱਥੇ ਕੁਛ ਇੰਨਾ ਖਾਸ ਨਹੀਂ ਹੈ ਜੀ ਚੀਜ਼ ਅਤੇ ਇਟ ਕੈਨ ਅਸੈਸ ਦ ਵੈਲਿਡਿਟੀ ਆਫ ਲੈਜਿਸਲੇਸ਼ਨ ਕੋਈ ਵੀ ਕਾਨੂੰਨ ਸਹੀ ਹੈ ਜਿਵੇਂ ਫੰਡਾਮੈਂਟਲ ਰਾਈਟਸ ਨੂੰ ਤਾਂ ਨਹੀਂ ਵਾਇਓਲੇਟ ਕਰ ਰਹੇ ਉਹ ਚੈੱਕ ਕਰਦੇ ਨੇ ਹਾਈ ਕੋਰਟ ਸੁਪਰੀਮ ਕੋਰਟ ਬਟ ਟ੍ਰਿਬਿਊਨਲਸ ਇੱਦਾਂ ਕੁਛ ਨਹੀਂ ਕਰਦੇ ਹੈਗੇ ਇਹ ਪੂਰੀ ਤਰ੍ਹਾਂ ਨਾਲ ਬਾਊਂਡ ਹੈਗਾ ਬਾਈ ਰੂਲਸ ਆਫ ਐਵੀਡੈਂਸ ਐਂਡ ਪ੍ਰੋਸੀਜਰ ਬਟ ਇਹ ਪੂਰੀ ਤਰ੍ਹਾਂ ਬਾਊਂਡ ਨਹੀਂ ਹੈ ਇਟ ਕੈਨ ਫੋਲੋ ਪ੍ਰਿੰਸੀਪਲ ਆਫ ਨੈਚੁਰਲ ਜਸਟਿਸ ਬਸ ਇਹੀ ਹੈ ਜ਼ਿਆਦਾ ਇੰਪੋਰਟੈਂਟ ਨਹੀਂ ਹੈ ਕੁਛ ਫਿਰ ਇੱਕ ਲਾਸਟ ਟੋਪਿਕ ਵੇਖ ਲੈਂਦੇ ਹਾਂ ਰਿਫੋਰਮ ਲਿਆਂਦੀ ਗਈ ਸੀਗੀ ਟ੍ਰਿਬਿਊਨਲਸ ਲਈ ਟ੍ਰਿਬਿਊਨਲ ਰਿਫੋਰਮ ਐਕਟ 2021 ਪਹਿਲਾਂ ਕੀ ਸੀਗਾ ਕਿ ਇੱਕ ਫਾਈਨੈਂਸ ਐਕਟ 2017 ਦੇ ਨਾਲ ਵੀ ਕਿਹਾ ਗਿਆ ਕਿ ਬਹੁਤ ਸਾਰੇ ਟ੍ਰਿਬਿਊਨਲ ਸੀਗੇ ਇਹਨਾਂ ਨੂੰ ਮਰਜ ਕੀਤਾ ਗਿਆ ਕਾਫੀ ਨੂੰ ਅਤੇ ਸੈਂਟਰਲ ਗੌਰਮੈਂਟ ਨੂੰ ਪਾਵਰ ਦਿੱਤੀ ਗਈ ਕਿ ਜਿਹੜੀ ਸਰਚ ਐਂਡ ਸਿਲੈਕਟ ਕਮੇਟੀਜ਼ ਨੇ ਜੋ ਨਾਮ ਰਿਕਮੈਂਡ ਕਰਦੇ ਨੇ ਚੇਅਰਪਰਸਨ ਦੇ ਮੈਂਬਰਸ ਦੇ ਉਹਨਾਂ ਨੂੰ ਰੈਗੂਲੇਟ ਕਰ ਸਕਦੀ ਸੈਂਟਰਲ ਗੌਰਮੈਂਟ ਫਿਰ ਇਹਨਾਂ ਨੇ ਵਿੱਚ ਚੇਂਜ ਲਿਆਂਦਾ ਕਿ ਨਾ ਜਿਹੜੀ ਸਿਲੈਕਸ਼ਨ ਕਮੇਟੀ ਅਸੀਂ ਦੇਖੀ ਕਿ ਸੁਪਰੀਮ ਕੋਰਟ ਦੇ ਜੱਜ ਚੇਅਰਮੈਨ ਸੀਗਾ ਅਤੇ ਕਮੇਟੀ ਦੱਸਦੀ ਹੈ ਕਿਹੜੇ ਮੈਂਬਰ ਹੋ ਸਕਦੇ ਨੇ ਰეკਮੈਂਡ ਕਰਦੀ ਹੈ ਅਤੇ ਫਿਰ ਹੁਣ ਕੀ ਹੈ ਐਟ ਪ੍ਰੈਜ਼ੈਂਟ ਕੰਡੀਸ਼ਨ ਦੱਸਦੀ ਹੈ ਐਕਟ ਹੁਣ ਐਟ ਪ੍ਰੈਜ਼ੈਂਟ ਲਾਗੂ ਹੈ ਅਤੇ ਜਿਹੜੇ ਵੀ ਚੇਅਰਪਰਸਨ ਹੈ ਮੈਂਬਰ ਹੈ ਉਹ ਸਰਚ ਕਮ ਸਿਲੈਕਸ਼ਨ ਕਮੇਟੀ ਦੇ ਬੇਸ 'ਤੇ
ਰეკਮੈਂਡ ਕੀਤੇ ਜਾਣਗੇ ਅਤੇ ਸਟੇਟ ਟ੍ਰਿਬਿਊਨਲਸ ਦਾ ਵੀ ਇੱਕ ਸੈਪਰੇਟ ਸਿਲੈਕਸ਼ਨ ਪੈਨਲ ਹੋਏਗਾ। ਅਸੀਂ ਦੇਖਿਆ ਸਟੇਟ ਟ੍ਰਿਬਿਊਨਲਸ ਦਾ ਨਹੀਂ ਸੀਗਾ, ਬਟ ਹੁਣ ਐਟ ਪ੍ਰੈਜ਼ੈਂਟ ਕੀ ਹੈ ਕਿ ਬਹੁਤ ਸੈਂਟਰਲ ਲੈਵਲ ਦੇ ਟ੍ਰਿਬਿਊਨਲ, ਸਟੇਟ ਲੈਵਲ ਦੇ ਟ੍ਰਿਬਿਊਨਲਸ ਜਿਹੜੇ ਉਹਨਾਂ ਦੇ ਚੇਅਰਪਰਸਨ ਆ, ਮੈਂਬਰਸ ਆ, ਉਹਨਾਂ ਨੂੰ ਸਰਚ ਕਮ ਸਿਲੈਕਸ਼ਨ ਕਮੇਟੀ ਰਿਕਮੈਂਡ ਕਰੇਗੀ ਅਤੇ ਗਵਰਨਮੈਂਟ ਵਿਦਿਨ 3 months ਆਫ ਦਾ ਰਿਕਮੈਂਡੇਸ਼ਨ ਉਹਨਾਂ ਨੂੰ ਐਕਟ ਕਰਨੇ ਪੈਣਾ ਕਿ ਹਾਂ ਉਹਨਾਂ ਨੂੰ ਅਪੋਇੰਟ ਕਰਨਗੇ ਨਹੀਂ ਕਰਨਗੇ। ਫਿਰ ਇਹਨਾਂ ਨੇ ਐਲੀਜੀਬਿਲਿਟੀ ਅਤੇ ਟੈਨਿਓਰ ਵੀ ਚੇਂਜ ਕੀਤਾ। ਅਸੀਂ ਪਏ ਸੀ 65 ਈਅਰ 62 ਈਅਰ ਹੈ ਨਾ, ਬਟ ਉਹ ਅਸੀਂ ਰੀਡ ਕੀਤਾ ਜੋ ਉਹਨਾਂ ਨੇ 1985 ਦੇ ਵਿੱਚ ਐਕਟ ਲਿਆਂਦਾ, ਉਹਨਾਂ ਨੇ ਚੇਂਜ ਕਰ ਦਿੱਤਾ। ਐਟ ਪ੍ਰੈਜ਼ੈਂਟ ਕੀ ਹੈ, ਐਟ ਪ੍ਰੈਜ਼ੈਂਟ ਹੈ ਕਿ 4 ਸਾਲ ਦਾ ਟੈਨਿਓਰ ਹੋਏਗਾ ਬਸ, ਅਤੇ ਮੈਕਸੀਮਮ ਏਜ 70 ਈਅਰਸ ਫੋਰ ਚੇਅਰਪਰਸਨ ਅਤੇ ਮੈਂਬਰਸ ਲਈ 67। ਅਤੇ ਕੋਈ ਵੀ ਹੋਰ ਅਪੋਇੰਟਮੈਂਟਸ ਕਰਨੀ ਹੈ ਮਿਨੀਮਮ 50 ਈਅਰ ਦੀ ਉਹ ਪਰਸਨ ਦੀ ਏਜ ਹੋਣੀ ਚਾਹੀਦੀ ਹੈ। ਮੀਨਸ ਅਸੀਂ ਜੋ ਰੀਡ ਕੀਤਾ ਸੀ ਕਿ 65 ਈਅਰ ਮੈਕਸੀਮਮ ਏਜ ਦਾ ਕੰਮ ਕਰ ਸਕਦਾ ਚੇਅਰਪਰਸਨ, ਜਿਹੜੇ ਮੈਂਬਰ ਹੈ ਉਹਨਾਂ ਦੀ 62 ਸੀਗੀ। ਇਹ ਇਹਨਾਂ ਨੇ ਚੇਂਜ ਕਰ ਦਿੱਤੀ ਆ, ਅਤੇ ਹੁਣ ਹੈ ਕਿ ਦੋਵੇਂ ਚੇਅਰਪਰਸਨ ਅਤੇ ਮੈਂਬਰਸ ਦਾ ਮੈਕਸੀਮਮ ਟੈਨਿਓਰ ਹੈ 4 ਈਅਰਸ, ਅਤੇ ਚੇਅਰਮੈਨ ਦੀ ਏਜ ਹੈ 70 ਈਅਰਸ ਮੈਕਸੀਮਮ, 67 ਈਅਰਸ ਹੈ ਮੈਂਬਰਸ ਦੀ ਏਜ। ਜਿਹੜਾ ਵੀ ਪਰਸਨ ਅਪੋਇੰਟ ਹੋਏਗਾ ਘੱਟੋ ਘੱਟ 50 ਈਅਰਸ ਦਾ ਅਤੇ ਉਹਦੀ ਏਜ ਹੋਣੀ ਹੀ ਚਾਹੀਦੀ ਹੈ। ਫਿਰ ਚੇਅਰਪਰਸਨ ਮੈਂਬਰਸ ਨੂੰ ਰਿਮੂਵ ਵੀ ਕੀਤਾ ਜਾ ਸਕਦਾ ਔਨ ਗਰਾਊਂਡ ਆਫ ਇਨਸੋਲਵੈਂਸੀ, ਮੋਰਲ ਟਰਪੀਟਿਊਡ, ਇਨਕੈਪੈਸਿਟੀ, ਕਨਫਲਿਕਟ ਆਫ ਇੰਟਰਸਟ ਹੋ ਜਾਵੇ, ਮਿਸਯੂਜ਼ ਕੀਤਾ ਜਾਵੇ ਪੋਜੀਸ਼ਨ ਦਾ, ਬਸ ਇਹੀ ਇੰਪੋਰਟੈਂਟ। ਸੋ ਇਹ ਟੋਪਿਕ ਵੀ ਹੋ ਗਿਆ ਖਤਮ। ਟ੍ਰਿਬਿਊਨਲਸ, ਲੋਕ ਅਦਾਲਤ, ਗ੍ਰਾਮ ਨਿਆਇਆਲਿਆ, ਡਿਸਟ੍ਰਿਕਟ ਕੋਰਟ, ਸੋ ਸਾਰੇ ਇੰਪੋਰਟੈਂਟ ਸੀਗੇ।